ਗੁਰ ਅੰਗਦ ਸ੍ਰੀ ਮੁਖ ਕਹਿਓ, ਸਭ ਇਤਿਹਾਸ ਸੁਨਾਓ। ਸ਼੍ਰੀ ਨਾਨਕ ਕੇ ਜਨਮ ਤੇ ਸਗਲ ਕਥਾ ਸਮਝਾਓ। ਦੋਹਰਾ ਗੁਰ ਅੰਗਦ ਸ੍ਰੀ ਮੁਖ ਕਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ, ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਰੰਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਨੇ ਮਿਹਰ ਕੀਤੀ ਹੈ। ਰੱਬੀ ਬਾਣੀ ਦੇ ਕੀਰਤਨ ਦੀ ਸੇਵਾ ਕੀਰਤਨੀय ਸਿੰਘਾਂ ਪਾਸੋਂ ਲਈ। ਗ੍ਰੰਥੀ ਸਿੰਘਾਂ ਦੇ ਰਾਹੀਂ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਸੇਵਾ ਹੋਈ ਹੈ। ਉਪਰੰਤ ਸਤਿਗੁਰਾਂ ਦੇ ਅਸਥਾਨਾਂ ਦੇ ਉੱਤੇ ਨਿਤ ਦੀ ਮਰਿਆਦਾ ਮੁਤਾਬਕ ਜੋ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਵਿੱਚ ਰਲ ਮਿਲ ਕੇ ਆਪਾਂ ਸਾਰੇ ਹਾਜ਼ਰ ਜਾਂ ਭਰ ਰਹੇ ਹਾਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੋ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਆਧਾਰ ਬਣਾ ਕੇ ਸੁੰਦਰ ਛੰਦਾਬੰਦੀ ਦੇ ਵਿੱਚ ਗੁੰਥਨ ਕੀਤਾ ਹੈ। ਸੋਹਣੇ ਛੰਦ ਬਣਾ ਕੇ ਇਹ ਇਤਿਹਾਸ ਖਾਲਸਾ ਪੰਥ ਤੱਕ ਬੜੇ ਵਿਸਥਾਰ ਦੇ ਸਹਿਤ ਪਹੁੰਚਾਇਆ ਹੈ। ਸੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਇਹ ਕਥਾ ਪਿਛਲੇ ਕਈ ਦਿਨਾਂ ਤੋਂ ਆਰੰਭ ਹੋ ਚੁੱਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਕਰਤਾਰਪੁਰ ਸਾਹਿਬ ਤੋਂ ਲੈ ਕੇ ਕਰਤਾਰਪੁਰ ਸਾਹਿਬ ਰਹਿੰਦਿਆਂ ਉਹਨਾਂ ਨੇ ਬਹੁਤ ਸੇਵਾ ਕੀਤੀ। ਬੜੀ ਘਾਲਣਾ ਘਾਲੀ, ਹਮੇਸ਼ਾ ਸਤ ਬਚਨ ਦੇ ਅਧਿਕਾਰੀ ਰਹੇ। ਜੇਕਰ ਸਿੱਖੀ ਕਮਾਉਣ ਦੀ ਉਦਾਹਰਨ ਲੈਣੀ ਹੋਵੇ ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਵੱਡਾ ਕੋਈ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਭਾਵੇਂ ਕਿ ਬਾਅਦ ਵਿੱਚ ਗੁਰੂ ਕਾ ਸਰੂਪ ਗੁਰੂ ਹੀ ਬਣ ਗਏ, ਪਰ ਇਤਿਹਾਸਕਾਰ ਕਹਿੰਦੇ ਹਨ ਗੁਰ ਅੰਗਦ ਜਿਹਾ ਸਿੱਖ ਨਹੀਂ ਹੋਇਆ। ਐਸਾ ਸਿੱਖ ਜਿਹੜਾ ਹਰ ਬਚਨ ਨੂੰ ਸਤ ਕਰਕੇ ਮੰਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਵੀ ਬਚਨ ਕਹਿਣਾ, ਪੁਰਖਾ ਆ ਕਾਰਜ ਕਰਨਾ ਹੈ, ਸਤ ਬਚਨ ਮਹਾਰਾਜ। ਘੋੜੀ ਦੇ ਉੱਤੇ ਪਹਿਲੀ ਵਾਰ ਚੜ੍ਹ ਕੇ ਗਏ ਸਨ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ। ਅੱਗੇ ਖੇਤਾਂ ਦੇ ਵਿੱਚ ਹੀ ਬਾਹਰ-ਬਾਹਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਿਲ ਪਏ ਸਨ। ਪਹਿਲਾਂ ਦਰਸ਼ਨ ਨਹੀਂ ਕੀਤੇ ਸਨ, ਇਸ ਕਰਕੇ ਪਛਾਣ ਨਹੀਂ ਸੀ। ਸੋ ਪੁੱਛਿਆ, ਮੈਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਆਇਆ ਹਾਂ, ਉਹ ਕਿੱਥੇ ਰਹਿੰਦੇ ਆ? ਆਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਘੋੜੀ ਦੀਆਂ ਵਾਗਾਂ ਫੜ ਕੇ ਲੈ ਗਏ ਸਨ ਆਪਣੀ ਧਰਮਸ਼ਾਲਾ, ਆਪਣੇ ਟਿਕਾਣੇ, ਆਪਣੇ ਘਰ ਦੇ ਤੱਕ। ਆਖਿਆ, ਪੁਰਖਾ ਹੱਥ ਪੈਰ ਧੋ ਕੇ ਜਾ ਕੇ ਅੰਦਰ ਦਰਸ਼ਨ ਕਰ ਲੈ, ਉਹ ਅਗਾਂਹ ਤੈਨੂੰ ਬੈਠਿਆਂ ਮਿਲ ਜਾਣਗੇ। ਇੰਨੇ ਨੂੰ ਆਪ ਵੀ ਸਾਫ ਸੁਥਰੇ ਹੋ ਕੇ ਪੰਜ ਇਸ਼ਨਾਨਾ ਕਰਕੇ ਸਤਿਗੁਰੂ ਸਾਹਿਬ ਜੀ ਜਾ ਕੇ ਆਪਣੇ ਆਸਣ 'ਤੇ ਬਿਰਾਜਮਾਨ ਹੋ ਗਏ। ਜਦੋਂ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਨੇ ਜਾ ਕੇ ਵੇਖਿਆ ਵੀ ਇਹ ਤਾਂ ਉਹੀ ਬਜ਼ੁਰਗ ਪੁਰਖ ਹੈ ਜਿਨ੍ਹਾਂ ਤੋਂ ਮੈਂ ਘਰ ਦਾ ਰਸਤਾ ਪੁੱਛਿਆ ਤੇ ਜਿਨ੍ਹਾਂ ਨੂੰ ਪੁੱਛਿਆ ਗੁਰੂ ਨਾਨਕ ਦੇਵ ਜੀ ਕੌਣ ਹਨ, ਇਹ ਤੇ ਉਹੀ ਸਾਖਸ਼ਾਤ ਸਤਿਗੁਰੂ ਸਾਹਿਬ ਜੀ ਬੈਠੇ ਆ। ਮਨ ਬੜਾ ਬੈਰਾਗ ਵਿੱਚ ਆਇਆ, ਮੱਥਾ ਟੇਕਿਆ, ਬੜੇ ਬਰਾਗੀ ਹੋ ਕੇ ਆਪਣੀ ਗਲਤੀ ਦੀ ਖਿਮਾ ਮੰਗਦੇ ਆ। ਮਹਾਰਾਜ, ਮੈਨੂੰ ਪਤਾ ਨਹੀਂ ਸੀ, ਮੈਂ ਘੋੜੀ ਦੇ ਉੱਤੇ ਚੜ੍ਹ ਕੇ ਆਇਆ ਤੇ ਆਪ ਜੀ ਪੈਦਲ ਤੁਰ ਕੇ ਆਏ ਹੋ, ਮੇਰੀ ਘੋੜੀ ਦੀਆਂ ਵਾਗਾਂ ਫੜ ਕੇ। ਮੇਰੇ ਤੋਂ ਬੜੀ ਵੱਡੀ ਅਵੱਗਿਆ ਹੋ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਪੁੱਛਦੇ ਆ, ਪੁਰਖਾ ਤੇਰਾ ਨਾਂ ਕੀ ਆ? ਕਹਿਣ ਲੱਗੇ, ਮਹਾਰਾਜ ਮੇਰਾ ਨਾਮ ਹੈ ਲਹਿਣਾ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਪਿਆਰ ਵਿੱਚ ਆ ਕੇ ਬਚਨ ਕਰਦੇ ਆ, ਕਹਿੰਦੇ ਪੁਰਖਾ ਵੈਰਾਗ ਕਾਹਤੋਂ ਕਰਦਾ ਹੈ? ਤੂੰ ਲੈਣਾ ਤੇ ਅਸੀਂ ਦੇਣਾ। ਜਿਹੜੇ ਲੈਣ ਵਾਲੇ ਹੁੰਦੇ ਆ ਨਾ, ਉਹ ਹਮੇਸ਼ਾ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਆ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਐਸੀ ਪ੍ਰੀਤੀ ਬਣੀ, ਐਸਾ ਪ੍ਰੇਮ, ਜਿਹੜਾ ਵੀ ਕਾਜ ਸਤਿਗੁਰੂ ਕਹਿੰਦੇ ਆ
ਖੇਤ ਦੇ ਵਿੱਚ ਸਾਧ ਸੰਗਤ ਜੀ ਨਦੀਨ ਕੱਢ ਰਹੇ ਆ, ਸਤਿਗੁਰ ਸੱਚੇ ਪਾਤਸ਼ਾਹ ਕਢਵਾ ਰਹੇ ਆ ਸੇਵਕਾਂ ਦੇ ਪਾਸੋਂ। ਉਹਨਾਂ ਨਦੀਨਾਂ ਕੱਖਾਂ ਕੰਢਿਆਂ ਦੀ ਚਿੱਕੜ ਦੇ ਨਾਲ ਭਰਿਆ ਹੋਇਆਂ ਦੀ ਭਾਰੀ ਪੰਡ ਬੰਨੀ ਹੋਈ ਹੈ, ਤੇ ਇਹ ਨਹੀਂ ਦੇਖਿਆ ਭਾਈ ਲਹਿਣੇ ਦੇ ਸੁੰਦਰ ਵਸਤਰ ਪਹਿਨੇ ਹੋਏ, ਕੀਮਤੀ ਵਸਤਰ ਪਹਿਨੇ ਹੋਏ ਆ, ਸਿਰ ਦੇ ਉੱਤੇ ਚੁਕਾ ਦਿੱਤੀ। ਮਾਤਾ ਸੁਲੱਖਣੀ ਜੀ ਜਦੋਂ ਦੇਖਦੇ ਆ ਘਰ ਆਏ ਇੰਨੇ ਸੋਹਣੇ ਕੱਪੜਿਆਂ ਵਾਲਾ ਸਿੱਖ ਸੇਵਕ, ਇੰਨੇ ਸੋਹਣੇ ਰੰਗ ਰੂਪ ਵਾਲਾ, ਸਵਾਮੀ ਜੀ ਦੇਖ ਤਾਂ ਲਿਆ ਕਰੋ, ਕਿਸੇ ਹੋਰ ਸੇਵਾਦਾਰ ਨੂੰ ਚੁਕਾ ਦਿੰਦੇ। ਦੇਖੋ ਇਹਦੇ ਕੱਪੜੇ ਕਿਵੇਂ ਸਾਰਾ ਤਨ ਲਿਬੜ ਗਿਆ, ਕੱਪੜੇ ਚਿੱਕੜ ਦੇ ਨਾਲ ਲਿਬੜ ਗਏ, ਕਿਵੇਂ ਛਿੱਟੇ ਪੈ ਗਏ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲੀਏ ਮੂਲੇ ਕੀਏ। ਮਹਾਰਾਜ ਸੱਚੇ ਪਾਤਸ਼ਾਹ ਦੋ ਸ਼ਬਦ ਵਰਤਦੇ ਹੁੰਦੇ ਸਨ, ਜਾਂ ਤਾਂ ਕਹਿੰਦੇ ਹੁੰਦੇ ਪਰਮੇਸ਼ਰ ਕੀਏ, ਜਾਂ ਕਹਿੰਦੇ ਹੁੰਦੇ ਸੀ ਚੌਣੇ ਕੀਏ, ਮੂਲੇ ਕੀਏ। ਸੋ ਸਤਿਗੁਰੂ ਕਹਿਣ ਲੱਗੇ ਪਰਮੇਸ਼ਰ ਕੀਏ, ਮਤਾਂ ਜਾਣ ਕੇ ਇਸ ਦੇ ਸਰੀਰ ਦੇ ਉੱਤੇ ਚਿੱਕੜ ਪੈ ਗਿਆ, ਇਹਦੇ ਕੱਪੜੇ ਛਿੱਟਿਆਂ ਨਾਲ ਭਿੱਜ ਗਏ ਆ, ਚਿੱਕੜ ਦੇ ਛਿੱਟੇ ਆ, ਇਹ ਤਾਂ ਕੇਸਰ ਹੈ, ਇਹ ਸੁਗੰਧੀਆਂ ਸਾਰੀ ਦੁਨੀਆ ਵਿੱਚ ਇਹਨੇ ਵੰਡਣੀਆਂ, ਇਸ਼ਾਰੇ ਕਰਦੇ ਸਨ। ਉਸ ਤੋਂ ਬਾਅਦ ਕਦੇ ਕੌਲ ਸਾਧ ਸੰਗਤ ਜੀ ਗੰਦੇ ਨਾਲੇ ਵਿੱਚ ਡਿੱਗ ਪੈਣਾ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਚੰਦ ਜੀ ਹੋਰਾਂ ਨੂੰ ਵੀ ਕਹਿਣਾ, ਪਰ ਗੁਰੂ ਪੁੱਤਰ ਹੋਣ ਦਾ ਮਨ ਦੇ ਵਿੱਚ ਮਾਣ ਸੀ। ਮਹਾਰਾਜ ਇਹੋ ਜਿਹੇ ਕੌਲ ਸਾਡੇ ਘਰ ਵਿੱਚ ਬਥੇਰੇ ਪਏ ਆ, ਕੀ ਹੋਇਆ ਜੇ ਡਿੱਗ ਪਿਆ ਉੱਥੋਂ ਹੋਰ ਲੈ ਲਵਾਂਗੇ। ਫਿਰ ਸੇਵਕ ਤਾਂ ਹੀ ਆਖਿਆ ਲਹਿਣਿਆ ਆ ਸਾਡਾ ਕੌਲ ਜਿਹੜਾ ਚਿੱਕੜ ਦੇ ਵਿੱਚ ਡਿੱਗ ਪਿਆ, ਇਹਨੂੰ ਕੱਢਣਾ। ਸਤ ਬਚਨ ਕਹਿ ਕੇ ਨਾਲ ਦੀ ਨਾਲ ਗੰਦੇ ਨਾਲੇ ਵਿੱਚੋਂ ਸਾਧ ਸੰਗਤ ਜੀ ਉਹ ਕੌਲ ਕੱਢ ਕੇ ਫੜਾ ਦਿੱਤਾ। ਅਨੇਕਾਂ ਪਰਖਾਂ ਹੋਈਆਂ, ਸਾਰੀਆਂ ਪਰਖਾਂ ਵਿੱਚੋਂ ਪੂਰੇ ਨਿਕਲੇ। ਜੇ ਸਤਿਗੁਰ ਸੱਚੇ ਪਾਤਸ਼ਾਹ ਨੇ ਏਕ ਸਵਾਨ ਦੋਏ ਸਵਾਨੀ ਨਾਲ ਧਾਨ ਕਰੂਪ ਰਹਾ ਕਰਤਾਰ ਐਸਾ ਭੇਖ ਧਾਰਨ ਕੀਤਾ, ਕਮਲਿਆਂ ਬੌਰਿਆਂ ਵਰਗਾ, ਹੱਥ ਵਿੱਚ ਸੋਟਾ ਫੜ ਲਿਆ, ਸਰੀਰ ਦੇ ਉੱਤੇ ਵਸਤਰ ਪਾਏ, ਬੜੇ ਲਿਬੜੇ ਤਿਬੜੇ ਮੈਲੇ ਕੁਚੈਲੇ, ਉਹਨਾਂ ਦੇ ਉੱਤੇ ਲੱਸੀ ਦੇ ਛਿੱਟੇ ਮਾਰੇ, ਮੱਖੀਆਂ ਭਿਣਕਦੀਆਂ, ਨਾਲ ਇੱਕ ਦੋ ਕੁੱਤੇ ਕੁੱਤੀਆਂ ਲੈ ਕੇ ਤੇ ਚੱਲ ਪਏ। ਸੇਵਕ ਪਿੱਛੇ ਪਿੱਛੇ ਜਾਂਦੇ ਆ, ਦੇਖਿਆ ਮੇਰੇ ਪਿੱਛੇ ਆ ਰਹੇ ਆ, ਚਾਂਦੀ ਦੇ ਰੁਪਈਆਂ ਦੀ ਵਰਖਾ ਕਰ ਦਿੱਤੀ। ਹੁਣ ਜਿਹੜੇ ਸੋਨੇ ਚਾਂਦੀ ਦੇ ਗਾਹਕ ਸੀ ਉਹਨਾਂ ਨੇ ਤਾਂ ਉੱਥੇ ਤੱਕ ਹੀ ਜਾਣਾ ਸੀ, ਲੋਕਾਂ ਨੇ ਪੰਡਾਂ ਬੰਨ੍ਹੀਆਂ ਮੁੜ ਆਏ। ਕੁਝ ਸੇਵਕ ਹੋਰ ਅਗਾਂਹ ਤੱਕ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਸੋਨੇ ਦੀਆਂ ਮੋਹਰਾਂ ਭਰਾ ਦਿੱਤੀਆਂ। ਕੁਝ ਲੋਕਾਂ ਨੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ, ਉਹ ਆ ਗਏ। ਕੁਝ ਹੋਰ ਸਿਦਕ ਦੇ ਪੱਕੇ ਸੀ, ਮਹਾਰਾਜ ਦੇ ਪਿੱਛੇ ਗਏ। ਮਹਾਰਾਜ ਨੇ ਹੀਰੇ ਜਵਾਹਰਾਤਾਂ ਦੀ ਵਰਖਾ ਕਰ ਦਿੱਤੀ, ਧਰਤੀ ਦੇ ਉੱਤੇ ਹੀਰੇ ਹੀ ਹੀਰੇ, ਜਵਾਹਰਾਤ ਮੋਤੀ। ਉਹਨਾਂ ਨੇ ਕਿਹਾ, ਸੋਚਿਆ ਵੀ ਇਸ ਤੋਂ ਵੱਧ ਹੋਰ ਕੀ ਮਿਲ ਸਕਦਾ। ਉਹਨਾਂ ਨੇ ਝੋਲੀਆਂ ਭਰੀਆਂ, ਪੰਡਾਂ ਬੰਨ੍ਹੀਆਂ ਤੇ ਉਹ ਲੈ ਕੇ ਤੁਰ ਗਏ। ਅੰਤ ਦੇ ਵਿੱਚ ਕੁਝ ਗਿਣਤੀ ਦੇ ਸਿੱਖ ਰਹਿ ਗਏ, ਭਾਈ ਭਗੀਰਥ ਵਰਗੇ, ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਲਹਿਣਾ ਜੀ, ਭਾਈ ਸਧਾਰਨ। ਜਦੋਂ ਅੱਗੇ ਗਏ ਜੰਗਲ ਦੇ ਵਿੱਚ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਕਾਹਤੋਂ ਆਉਂਦੇ ਹੋ? ਜਿਹੜਾ ਨੇੜੇ ਆਇਆ ਕਰੇ ਸਤਿਗੁਰੂ ਮੌਰਾਂ ਦੇ ਵਿੱਚ ਸੋਟਾ ਧਰ ਦਿਆ ਕਰਨ, ਭੱਜ ਜਾਓ ਇੱਥੋਂ। ਕਹਿੰਦੇ ਮਹਾਰਾਜ ਤੁਹਾਡੇ ਬਿਨਾਂ ਸਾਡਾ ਆਸਰਾ ਨਹੀਂ ਕੋਈ। ਕਹਿੰਦੇ ਅੱਛਾ ਚੰਗਾ, ਫਿਰ ਅੱਗੇ ਆ ਜਾਓ। ਅੱਗੇ ਗਏ ਤੇ ਕੀ ਦੇਖਦੇ ਆ, ਇੱਕ ਮੁਰਦਾ ਸਰੀਰ ਢਕਿਆ ਪਿਆ ਕਫਨ ਦੇ ਨਾਲ, ਚਿੱਟੇ ਰੰਗ ਦੀ ਚਾਦਰ। ਕਹਿੰਦੇ ਵੀ ਤੁਹਾਡੇ ਚੋਂ ਜਿਹੜਾ ਕਹਿੰਦਾ ਹੈ ਵੀ ਮੇਰਾ ਸਿੱਖ ਆ, ਮੇਰੇ ਬਿਨਾਂ ਰਹਿ ਨਹੀਂ ਸਕਦਾ, ਬਚਨ ਮੰਨੋਗੇ, ਆਹ ਮੁਰਦਾ ਖਾਣਾ ਹੈ। ਜਦੋਂ ਆਹ ਬਚਨ ਕੀਤੇ, ਬਾਕੀ ਦੇ ਵੀ ਸਾਰੇ ਦਰਖਤਾਂ ਦੇ ਓਹਲੇ ਹੋ ਗਏ, ਸਿਰਫ ਭਾਈ ਲਹਿਣਾ ਜੀ ਰਹਿ ਗਏ ਸਨ। ਸਤਿਗੁਰੂ ਕਹਿੰਦੇ ਪੁਰਖਾ ਖੜਾ ਕੀ ਦੇਖਦਾ, ਖਾਂਦਾ ਕਿਉਂ ਨਹੀਂ, ਛਕਦਾ ਕਿਉਂ ਨਹੀਂ ਮੁਰਦੇ ਨੂੰ? ਮਹਾਰਾਜ ਆਪ ਜੀ ਦਾ ਹੁਕਮ ਉਡੀਕਦਾ ਵੀ ਪੈਰਾਂ ਵਾਲੇ ਪਾਸਿਓਂ ਖਾਣਾ ਸ਼ੁਰੂ ਕਰਾਂ ਜਾਂ ਸਿਰ ਵਾਲੇ ਪਾਸਿਓਂ। ਮਹਾਰਾਜ ਕਹਿੰਦੇ ਪੈਰਾਂ ਵਾਲੇ ਪਾਸੇ ਖੜਾ, ਜਿੱਧਰ ਉਧਰੋਂ ਹੀ ਖਾਣਾ ਸ਼ੁਰੂ ਕਰ ਦੇ। ਜਦੋਂ ਸਤ ਬਚਨ ਕਹਿ ਕੇ ਚਾਦਰ ਚੁੱਕੀ, ਹੇਠਾਂ ਕੜਾਹ ਪ੍ਰਸ਼ਾਦ ਪਿਆ ਮਿਲਿਆ। ਇਉਂ ਸਤਿਗੁਰ ਨੇ ਪਰਖ ਕਰਕੇ ਫਿਰ ਛਾਤੀ ਨਾਲ ਲਾਇਆ, ਅੰਗ ਪਰਸ ਕੇ ਅੰਗਦ ਬਣਿਆ, ਜਿਉ ਦੀਵੇ ਤੋਂ ਦੀਵਾ। ਸਤਿਗੁਰੂ ਨੇ ਅੰਗਾਂ ਨਾਲ ਲਾ ਕੇ ਭਾਈ ਲਹਿਣੇ ਨੂੰ ਅੰਗਦ ਦੇਵ ਬਣਾ ਦਿੱਤਾ, ਆਪਣੀ ਗੁਰਜੋਤ ਉਹਨਾਂ ਵਿੱਚ ਟਿਕਾਈ। ਗੁਰਜੋਤ ਟਿਕਾਉਣ ਤੋਂ ਬਾਅਦ 5 ਪੈਸੇ ਨਾਰੀਅਲ ਰੱਖ ਕੇ ਗੁਰਤਾ ਗੱਦੀ ਦੀ ਰਸਮ, ਤੇ ਫਿਰ ਆਖਿਆ ਪੁਰਖਾ ਸਾਡੇ ਪੁੱਤਰ, ਸਾਡੇ ਸਾਹਿਬਜ਼ਾਦੇ ਇਹ ਤੁਹਾਡੇ ਨਾਲ ਈਰਖਾ ਕਰਦੇ ਆ, ਇਹ ਹੰਕਾਰੀ ਆ, ਤੁਸੀਂ ਇੱਥੇ ਨਹੀਂ ਟਿਕਣਾ, ਜਾ ਕੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਜਾਓ।
ਸਤਿਗੁਰੂ ਦਾ ਬਚਨ ਮੰਨ ਕੇ ਫੇਰ ਵਸਾਇਆ, ਫੇਰ ਆਣ ਸਤਿਗੁਰ ਖਡੂਰ। ਸਤਿਗੁਰ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਸੰਗਤਾਂ ਨੂੰ ਤਾਰਨ ਲੱਗੇ। ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। ਸਤਿਗੁਰੂ ਜੀ ਦੇ ਨਾਲ ਰਹਿੰਦੇ ਹੋਏ ਬਹੁਤ ਸਾਰੇ ਸਿੱਖ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਨਾਲ ਕਾਫੀ ਦੇਰ ਰੱਖਿਆ ਵੀ, ਪਰ ਅੰਤਮ ਸਮੇਂ ਉਹਨਾਂ ਨੂੰ ਛੁੱਟੀਆਂ ਦੇ ਦਿੱਤੀਆਂ। ਇਹਨਾਂ ਵਿੱਚੋਂ ਇੱਕ ਸਿੱਖ ਸੀ ਭਾਈ ਬਾਲਾ, ਤਲਵੰਡੀ ਦਾ ਹੀ ਵਾਸੀ ਸੀ, ਸੰਧੂ ਗੋਤ ਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਇਹਨੂੰ ਵੀ ਆਪਣੇ ਘਰ ਨਨਕਾਣਾ ਸਾਹਿਬ ਰਾਏ ਭੋਜ ਦੀ ਤਲਵੰਡੀ ਭੇਜ ਦਿੱਤਾ ਸੀ ਵਾਪਸ। ਆਪ ਕਰਤਾਰਪੁਰ ਸਾਹਿਬ ਵਿਖੇ ਸਮਾਏ ਹੈ। ਤੋ ਇਹ ਇੱਧਰ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜਦੇ ਆ। ਮਨ ਦੇ ਵਿੱਚ ਭਾਵਨਾ ਹੈ ਕਿ ਸਤਿਗੁਰੂ ਦੇ ਮੈਂ ਦਰਸ਼ਨ ਅੰਤਮ ਸਮੇਂ ਜਾ ਕੇ ਕੀਤੇ ਆ, ਅੰਤਮ ਸਮੇਂ ਮਿਲਿਆ। ਉੱਥੇ ਸਤਿਗੁਰੂ ਨੇ ਆ ਵਡਿਆਈ ਗੁਰਤਾ ਗਦੀ ਤਖਤ ਮੈਨੂੰ ਬਖਸ਼ ਦਿੱਤਾ। ਸਤਿਗੁਰੂ ਜੀ ਦਾ ਜਿਹੜਾ ਪਹਿਲਾ ਜੀਵਨ ਹੈ ਉਹਦੀ ਕਥਾ ਕੋਈ ਗੁਰੂ ਕਾ ਸਿੱਖ ਜਿਹੜਾ ਸਤਿਗੁਰੂ ਦੇ ਨਾਲ ਬਹੁਤ ਚਿਰ ਰਿਹਾ ਹੋਵੇ ਮੈਨੂੰ ਸੁਣਾ ਦੇਵੇ ਤੇ ਮੈਂ ਆਪਣੇ ਧੰਨ ਭਾਗ ਸਮਝਾਂਗਾ। ਦਿਲਾਂ ਨੂੰ ਦਿਲਾਂ ਦੇ ਰਾਹ ਵਾਲੀ ਗੱਲ ਹੈ। ਉਧਰ ਭਾਈ ਬਾਲਾ ਜੀ, ਉਹਨਾਂ ਦੇ ਮਨ ਦੇ ਵਿੱਚ ਵੀ ਇਹ ਵਿਚਾਰ ਇਹ ਫੁਰਨਾ ਫੁਰਿਆ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਸੁਣਿਆ ਹੈ, ਉਹ ਜੋਤੀ ਜੋਤ ਸਮਾ ਗਏ ਹਨ। ਉਹਨਾਂ ਦੇ ਮਾਤਾ ਪਿਤਾ ਵੀ ਚੜ੍ਹਾਈ ਕਰ ਚੁੱਕੇ ਹੈ ਤੇ ਉਹ ਇੱਥੇ ਹੁਣ ਰਹਿੰਦੇ ਵੀ ਨਹੀਂ ਹਨ ਨਗਰ ਦੇ ਵਿੱਚ। ਬਾਕੀ ਪਰਿਵਾਰ ਉਹਨਾਂ ਦੇ ਪੁੱਤਰ। ਸੋ ਕਿਵੇਂ ਪਤਾ ਲੱਗੇ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੋਂ ਬਾਅਦ ਆਪਣਾ ਉੱਤਰਾਧਿਕਾਰੀ ਕਿਹਨੂੰ ਥਾਪ ਕੇ ਗਏ ਆ, ਗੁਰਤਾ ਗੱਦੀ ਕਿਹਨੂੰ ਅਰਪਣ ਕੀਤੀ ਆ। ਇਹਨੇ ਕੁਝ ਬੰਦਿਆਂ ਦੇ ਵਿੱਚ ਬੈਠੇ ਨੇ ਆਪਣੇ ਮਨ ਦਾ ਮਨੋਰਥ, ਮਨ ਦਾ ਜਿਹੜਾ ਫੁਰਨਾ ਸੀ ਪ੍ਰਗਟ ਕੀਤਾ। ਉੱਥੇ ਇੱਕ ਸਿੱਖ ਬੈਠਾ ਸੀ, ਉਹਨੇ ਦੱਸਿਆ, ਕਹਿਣ ਲੱਗਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਖਤ ਦੇ ਉੱਤੇ ਇਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਦੇ ਆ, ਜਿਨ੍ਹਾਂ ਨੂੰ ਆਪ ਗੁਰਤਾ ਗੱਦੀ ਸਾਹਿਬ ਦੇ ਕੇ ਗਏ ਆ। ਤੇ ਕਿੱਥੇ ਰਹਿੰਦੇ ਆ? ਕਹਿੰਦੇ ਜੀ ਖਡੂਰ ਸਾਹਿਬ ਸੰਗਤਾਂ ਨੂੰ ਤਾਰ ਰਹੇ ਆ। ਜਦੋਂ ਸੁਣਿਆ ਮੇਰੇ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਦੇਵ ਦੇ ਰੂਪ ਦੇ ਵਿੱਚ ਖਡੂਰ ਸਾਹਿਬ ਹੈ, ਉਸੇ ਵੇਲੇ ਵਾਹੋ ਦਾਹੀ ਦਰਸ਼ਨ ਕਰਨ ਦੇ ਲਈ ਚੱਲ ਪਏ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਸਤਿਗੁਰੂ ਪੁੱਛਦੇ, ਭਾਈ ਤੂੰ ਕੌਣ ਹੈ, ਕਿੱਥੋਂ ਆਇਆ? ਕਹਿਣ ਲੱਗਾ ਜੀ ਮੈਂ ਰਾਏ ਭੋਜ ਦੀ ਤਲਵੰਡੀ ਤੋਂ ਆਇਆ, ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਅਸਥਾਨ ਹੈ। ਬਾਲਾ ਸੰਧੂ ਮੇਰਾ ਨਾਂ ਹੈ, ਸੰਧੂ ਸਾਡਾ ਗੋਤ ਹੈ, ਬਾਲਾ ਮੇਰਾ ਨਾਂ ਹੈ, ਭਾਈ ਬਾਲਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੈਂ ਸਿੱਖ ਹਾਂ। ਅੱਛਾ ਤੂੰ ਗੁਰੂ ਨਾਨਕ ਦਾ ਸਿੱਖ ਹੈ? ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਕਿੰਨਾ ਕੁ ਜਾਣਦਾ ਮੇਰੇ ਮਾਲਕ ਬਾਰੇ? ਕਹਿਣ ਲੱਗਾ ਜੀ ਮੇਰੀ ਉਮਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ 3 ਸਾਲ ਵੱਡੀ ਆ। ਉਹਨਾਂ ਦਾ ਆਗਮਨ ਕੱਤਕ ਸੁਦੀ ਪੂਰਨਮਾਸ਼ੀ ਨੂੰ 1526 ਬਿਕਰਮੀ ਦੇ ਵਿੱਚ ਹੋਇਆ, ਸੰਮਤ ਦੇ ਵਿੱਚ। ਤੇ ਮੇਰਾ ਜਨਮ ਉਹਨਾਂ ਤੋਂ 3 ਸਾਲ ਪਹਿਲਾਂ 1523 ਵਿੱਚ ਹੋਇਆ। ਇਸ ਕਰਕੇ ਬਚਪਨ ਬਾਰੇ ਤਾਂ ਮੈਨੂੰ ਬਹੁਤਾ ਪਤਾ ਨਹੀਂ, ਕਿਉਂਕਿ 3 ਸਾਲ ਦੀ ਉਮਰ ਦਾ ਕਿੰਨਾ ਕੁ ਫਰਕ ਹੁੰਦਾ, ਤਕਰੀਬਨ ਹਮ ਉਮਰ ਸਨ। ਹਾਂ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਬਾਲ ਕੌਤਕ ਕੀਤੇ, ਸਾਡੇ ਨਾਲ ਖੇਡਦੇ ਰਹੇ, ਸੱਚਾ ਸੌਦਾ ਕੀਤਾ। ਉਸ ਤੋਂ ਬਾਅਦ ਜਵਾਨ ਹੋਏ, ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆਏ, ਮੋਦੀਖਾਨਾ ਸੰਭਾਲਿਆ, 13 ਤੋਲੀਆਂ, ਅਕਾਲ ਪੁਰਖ ਦੇ ਦਰ ਗਏ। ਫਿਰ ਚੜ੍ਹਿਆ ਸੋਧਣ ਧਰਤ ਲੁਕਾਈ, ਸਾਰੀ ਦੁਨੀਆ ਨੂੰ ਤਾਰਨ ਵਾਸਤੇ ਜਦੋਂ ਗੁਰੂ ਬਾਬਾ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਉਦਾਸੀਆਂ ਕੀਤੀਆਂ, ਸਾਰੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਣ ਕੀਤਾ, ਭਰਮਣ ਕੀਤਾ। ਉਸ ਵੇਲੇ ਮੈਂ ਉਹਨਾਂ ਦੇ ਨਾਲ ਬਹੁਤ ਲੰਮਾ ਸਮਾਂ ਰਿਹਾ। ਮੈਂ ਰਿਹਾ ਨਾਲ ਤੇ ਭਾਈ ਮਰਦਾਨਾ ਜੀ ਰਹੇ, ਜਿਹੜੇ ਸੱਚਖੰਡ ਜਾ ਚੁੱਕੇ ਆ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਵਾਰਸ ਗੁਰੂ ਅੰਗਦ ਦੇਵ ਮਹਾਰਾਜ ਨੇ ਜਦੋਂ ਆਹ ਬਚਨ ਸੁਣੇ, ਭਾਈ ਬਾਲੇ ਨੂੰ ਘੁੱਟ ਕੇ ਗਲ ਵੱਕੜੀ ਵਿੱਚ ਲੈ ਲਿਆ। ਐਸਾ ਪਿਆਰਾ ਗੁਰੂ ਕਾ ਸਿੱਖ ਜੀ ਨੇ ਮੇਰੇ ਮਾਲਕ ਦੇ ਦਰਸ਼ਨ ਕੀਤੇ ਹੈ, ਮੇਰੇ ਸਤਿਗੁਰੂ ਜੀ ਦੇ ਨਾਲ ਸਾਰੀ ਉਮਰ ਰਹਿੰਦਾ ਰਿਹਾ। ਅੱਖਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ ਪ੍ਰੇਮ ਦੇ ਹੰਝੂ ਵੀ ਵਹਿ ਤੁਰੇ। ਭਾਈ ਬਾਲਾ ਵੀ ਗਦਗਦ ਹੋ ਉੱਠਿਆ। ਇਹ ਤਾਂ ਵਾਕਈ ਗੁਰੂ ਨਾਨਕ ਦਾ ਸਰੂਪ ਹਨ। ਉਹਨਾਂ ਵਾਂਗੂ ਪ੍ਰੇਮ ਕਰਦੇ ਆ, ਉਹਨਾਂ ਵਾਂਗ ਹੀ ਆਦਰ ਸਤਿਕਾਰ ਦਿੰਦੇ ਆ।
ਇਉਂ ਸਾਧ ਸੰਗਤ ਜੀ ਉਸ ਰਾਤ ਭਾਈ ਬਾਲਾ ਜੀ ਖਡੂਰ ਸਾਹਿਬ ਹੀ ਰਹੇ। ਹੋਰ ਜਿਹੜੀਆਂ ਸਤਿਗੁਰੂ ਦੇ ਚਰਨਾਂ ਵਿੱਚ ਸੰਗਤਾਂ ਪਹੁੰਚੀਆਂ ਸਨ ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਰਹੇ। ਇੱਧਰ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਐਸੇ ਸਮਾਧੀ ਸਥਿਤ ਹੋਏ, ਅੰਮ੍ਰਿਤ ਵੇਲੇ ਸਮਾਧੀ ਖੁੱਲੀ। ਉੱਠ ਕੇ ਇਸ਼ਨਾਨ ਪਾਨ ਕੀਤਾ, ਦੀਵਾਨ ਸਜਿਆ, ਸੰਗਤਾਂ ਆਈਆਂ। ਭਾਈ ਬਾਲਾ ਜੀ ਵੀ ਦੁਬਾਰਾ ਦਰਸ਼ਨ ਕਰਨ ਦੇ ਲਈ ਜਿਸ ਵੇਲੇ ਪਹੁੰਚੇ ਤਾਂ ਸਾਧ ਸੰਗਤ ਜੀ ਉਸ ਵੇਲੇ ਭਾਈ ਬਾਲਾ ਜੀ ਤਾਈਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਆ। ਕਹਿੰਦੇ ਭਾਈ ਬਾਲਾ ਜੀ ਤੁਸੀਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਬਹੁਤ ਲੰਮਾ ਸਮਾਂ ਉਹਨਾਂ ਦੇ ਸਾਥੀ ਬਣ ਕੇ ਰਹੇ ਹੋ, ਉਹਨਾਂ ਦਾ ਜੀਵਨ ਇਤਿਹਾਸ ਸੁਣਾਓ। ਕੈਸਾ ਸਰੂਪ ਸੀ ਉਹਨਾਂ ਦਾ, ਬਚਪਨ ਦੇ ਵਿੱਚ ਕਿਹੜੇ ਬਾਲ ਕੌਤਕ ਕਰਦੇ ਰਹੇ, ਕਿੱਥੇ ਦਾ ਉਹਨਾਂ ਦਾ ਜਨਮ ਸੀ, ਜਨਮ ਦੀ ਤਰੀਕ ਕਿਹੜੀ ਸੀ, ਸਾਲ ਕਿਹੜਾ ਸੀ, ਉਸ ਵੇਲੇ ਕੈਸੇ ਕੌਤਕ ਵਰਤੇ, ਕਿਹੋ ਜਿਹਾ ਮਾਹੌਲ ਸੀ, ਉਹਨਾਂ ਦਾ ਨਗਰ ਰਾਏ ਭੋਏ ਦੀ ਤਲਵੰਡੀ ਉਹ ਕਿਹੋ ਜਿਹਾ ਸੀ, ਇਹ ਸਭ ਕੁਝ ਖੋਲ੍ਹ ਕੇ ਸੁਣਾਓ। ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਮੈਂ ਇੰਨਾ ਕੁ ਸੁਣਿਆ ਵੀ ਉਹਨਾਂ ਦਾ ਜਨਮ ਕੱਤਕ ਸੁਦੀ ਪੂਰਨਮਾਸ਼ੀ ਨੂੰ ਹੋਇਆ, ਸੋ ਉਹ ਮੈਂ ਆਪ ਜੀ ਨੂੰ ਦੱਸ ਦਿੰਦਾ ਹਾਂ। ਬਚਪਨ ਬਾਰੇ ਮੈਨੂੰ ਬਹੁਤਾ ਪਤਾ ਨਹੀਂ, ਸੋ ਜੇ ਬਹੁਤਾ ਆਪ ਜੀ ਪਤਾ ਕਰਨਾ ਚਾਹੁੰਦੇ ਹੋ ਤੇ ਮੈਂ ਸੁਣਿਆ ਵੀ ਹਰਦਿਆਲ ਪੰਡਤ ਨੇ ਉਹਨਾਂ ਦੀ ਜਨਮ ਪੱਤਰੀ ਲਿਖੀ ਸੀ। ਜਨਮ ਦੀਆਂ ਤਰੀਕਾਂ ਜਿਹੜੀਆਂ ਸਟੀਕ ਆਪਾਂ ਨੂੰ ਉੱਥੋਂ ਮਿਲ ਸਕਦੀਆਂ, ਪਰ ਸਤਿਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਚੜ੍ਹਾਈ ਕਰ ਚੁੱਕੇ ਹੈ, ਸੋ ਉਹਨਾਂ ਦੇ ਚਾਚਾ ਲਾਲੂ ਜੀ, ਭਾਈ ਲਾਲੂ ਜੀ ਉੱਥੇ ਰਹਿੰਦੇ ਆ ਬਜ਼ੁਰਗ ਅਵਸਥਾ ਵਿੱਚ, ਸ਼ਾਇਦ ਉਹਨਾਂ ਕੋਲੋਂ ਮਿਲ ਜਾਵੇ। ਆਪ ਜੀ ਕਿਸੇ ਸਿੱਖ ਨੂੰ ਮੇਰੇ ਨਾਲ ਭੇਜੋ ਤੇ ਉੱਥੋਂ ਪਤਾ ਕਰ ਲੈਂਦੇ ਆ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਵਿਲਾਸ ਕਰਦੇ ਆ, ਜਨਮ ਪੱਤਰੀ ਲੈਣ ਵਾਸਤੇ ਭੇਜਦੇ ਹਨ ਸਤਿਗੁਰੂ ਅੰਗਦ ਦੇਵ ਮਹਾਰਾਜ। ਆਓ ਇਹ ਇਤਿਹਾਸ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਗੁਰ ਅੰਗਦ ਸ੍ਰੀ ਮੁਖ ਕਹਿਓ। ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁੰਦਰ ਸ਼ੋਭਾਵਾਨ ਮੁਖਾਰਬਿੰਦ ਤੋਂ ਬਚਨ ਕੀਤੇ। ਸਭ ਇਤਿਹਾਸ ਸੁਣਾਓ। ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਾਈ ਬਾਲਾ ਜੀ ਸਾਰਾ ਇਤਿਹਾਸ ਸੁਣਾਓ ਸਾਨੂੰ। ਸ੍ਰੀ ਨਾਨਕ ਕੇ ਜਨਮ ਤੇ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਸਤਿਗੁਰਾਂ ਦੇ ਜਨਮ ਤੋਂ ਲੈ ਕੇ ਸਗਲ ਕਥਾ ਸਮਝਾਓ। ਸਾਰੀ ਕਥਾ ਸਾਨੂੰ ਸਮਝਾ ਕੇ ਸੁਣਾ ਦਿਓ। ਬਾਲੇ ਗੁਰ ਪ੍ਰਤਿਗਿਰਾ ਉਚਾਰੀ। ਭਾਈ ਬਾਲੇ ਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਵਾਬ ਦਿੱਤਾ। ਜਨਮ ਕਥਾ ਅਨਜਾਣ ਅਗਾਰੀ। ਮਹਾਰਾਜ ਸੱਚੇ ਪਾਤਸ਼ਾਹ ਜਨਮ ਵੇਲੇ ਦੀ ਕਥਾ ਤੋਂ ਤਾਂ ਮੈਂ ਅਣਜਾਣ ਹਾਂ, ਜਿਹੜੀ ਅੱਗੇ ਵਰਤੀ ਹੈ ਕਥਾ, ਜਿਵੇਂ ਉਹਨਾਂ ਦਾ ਜੀਵਨ ਹੈ ਉਹਦੇ ਬਾਰੇ ਨਹੀਂ ਮੈਨੂੰ ਪਤਾ। ਬਹੁਤ ਨਰਨ ਤੇ ਬਿਦ ਸੁਣੀ। ਮੈਂ ਬਹੁਤ ਸਾਰੇ ਲੋਕਾਂ ਤੋਂ ਇਸ ਤਰੀਕੇ ਸੁਣਿਆ ਹੈ। ਸੋ ਤੁਮ ਪਾਸ ਬਖਾਨਤ ਗੁਨੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਮੈਂ ਸੁਣਿਆ ਗਿਣਿਆ ਉਹ ਆਪ ਜੀ ਦੇ ਕੋਲ ਦੱਸਦਾ ਹਾਂ। ਪੂਰਜ ਮਾਸ ਕੀ ਪੂਰਨਮਾਸੀ। ਜਿਹੜਾ ਇਹ ਕੱਤਕ ਦਾ ਮਹੀਨਾ ਹੈ ਇਸ ਦੀ ਪੂਰਨਮਾਸ਼ੀ ਸੀ। ਬਿਨਸਦ ਸਬਤ ਨਛਤਰ 84। ਔਰ ਇਸ ਪ੍ਰਕਾਰ ਬਿਨਸਤ 20 ਅਤੇ 7 27ਵਾਂ ਨਛੱਤਰ ਅਨੁਰਾਧਾ ਨਛੱਤਰ ਸੀ ਤੇ 184 ਸੂਰਜ ਦੀ ਸ਼ੁਭ ਰਾਸ਼ੀ ਸੀ ਉਸ ਵੇਲੇ। ਔਰ ਸੁਣੀ ਸੋ ਕਰੋ ਉਚਾਰੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਨਾ, ਉਦੋਂ ਆਹ ਤਰੀਕਾ ਸੀ। ਕੱਤਕ ਸੁਦੀ ਪੂਰਨਮਾਸ਼ੀ ਔਰ ਅਨੁਰਾਧਾ ਨਛੱਤਰ 27ਵਾਂ ਨਛੱਤਰ ਤੇ ਸੂਰਜ ਦੀ ਸ਼ੁਭ ਰਾਸ ਸੀ। ਹੋਰ ਜਿਹੜਾ ਮੈਂ ਉਹਨਾਂ ਬਾਰੇ ਬਚਪਨ ਦੇ ਬਾਰੇ ਸੁਣਿਆ ਉਹ ਮੈਂ ਦੱਸਦਾ ਹਾਂ। ਅਤਰੀ ਜਨਮ ਲਗੀ ਦਿਜ ਸਾਰੀ। ਉਹਨਾਂ ਦੀ ਜਨਮ ਪੱਤਰੀ ਇੱਕ ਦਿਜ ਨੇ, ਇੱਕ ਬ੍ਰਾਹਮਣ ਨੇ, ਪੰਡਤ ਹਰਦਿਆਲ ਨੇ ਸਾਰੀ ਲਿਖੀ ਸੀ। ਆੜੂ ਨਾਨਕ ਜਨਮ ਜਨੀਜੈ। ਔਰ ਉਹਨਾਂ ਦੇ ਪਿਤਾ ਜੀ ਦਾ ਨਾਮ ਲੋਕ ਮਹਿਤਾ ਕਾਲੂ ਜੀ ਕਰਕੇ ਜਾਣਦੇ ਹਨ। ਪੂਰਾ ਨਾਮ ਉਹਨਾਂ ਦਾ ਸ਼੍ਰੀ ਕਲਿਆਣ ਚੰਦ ਮਹਿਤਾ ਜੀ ਸੀ, ਪਰ ਛੋਟਾ ਨਾਮ ਪਿੰਡਾਂ ਵਿੱਚ ਆਮ ਚੱਲਦੇ ਹੁੰਦੇ ਆ। ਕਹਿੰਦੇ ਉਹਨਾਂ ਨੂੰ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜਨਕ ਨੂੰ ਉਹਨਾਂ ਦੇ ਪਿਤਾ ਜੀ ਨੂੰ ਕਾਲੂ ਕਹਿ ਕੇ ਯਾਦ ਕਰਦੇ ਹਨ। ਧਾਮ ਮਦ ਤੇ ਧਰੀ ਰਖੀਜੈ। ਤੇ ਜਾਣਿਆ ਮੈਂ ਇਹ ਕਿ ਉਹਨਾਂ ਦੇ ਘਰ ਦੇ ਵਿੱਚ ਇਹ ਜਨਮ ਪੱਤਰੀ ਰੱਖੀ ਹੋਈ ਹੈ। ਪਾਪਰ ਲੋਕ ਕਾਲ ਬੋ ਕਾਲੂ।
ਤੇ ਬਹੁਤ ਸਮਾਂ ਹੋ ਗਿਆ। ਪਿਤਾ ਮਹਿਤਾ ਕਾਲੂ ਜੀ ਉਹ ਤਾਂ ਪ੍ਰਲੋਕ ਗਮਨ ਕਰ ਗਏ ਹਨ। ਜੀਵਤ ਅੰਜੋ ਨਾਮ ਤੇ ਲਾਲੂ। ਸੋ ਉਹਨਾਂ ਦਾ ਇੱਕ ਭਰਾ ਛੋਟਾ ਉਹ ਜੀਵਤ ਹੈ, ਉੱਥੇ ਰਹਿੰਦਾ ਹੈ ਰਾਏ ਭੋਏ ਦੀ ਤਲਵੰਡੀ, ਜਿਸ ਦਾ ਨਾਮ ਭਾਈ ਲਾਲੂ ਹੈ। ਦੋਹਰਾ ਬਿਰਧ ਬੈਸ ਬਬ ਬਦਗਨਾ। ਪਰ ਉਹਨਾਂ ਦੀ ਵੀ ਬੈਸ ਉਮਰ ਜਿਹੜੀ ਹੈ ਬਹੁਤ ਬਿਰਧ ਹੋ ਚੁੱਕੀ ਹੈ, ਬੜਾ ਬੁਢਾਪਾ ਆ ਗਿਆ ਉਹਨਾਂ ਦੇ ਤਨ ਦੇ ਉੱਤੇ, ਤੇ ਬਲ ਬਿਨਾ ਬੜਾ ਕਮਜ਼ੋਰ ਸਰੀਰ ਹੈ, ਬੀਤੇ ਬਰਖ ਵਿਸਾਰ। ਕਿਉਂਕਿ ਬਹੁਤ ਲੰਮੀ ਉਮਰ ਹੋ ਗਈ ਹੈ ਉਹਨਾਂ ਦੀ। ਤਲਵੰਡੀ ਮੈਂ ਸਦਨ ਤਿਸ। ਉਹਨਾਂ ਦਾ ਘਰ ਰਾਏ ਭੋਏ ਦੀ ਤਲਵੰਡੀ ਵਿਖੇ ਹੈ। ਸੁਨੋ ਸਰਵਨ ਗੁਰ ਦਿਆਲ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦਿਆਲਤਾ ਦੇ ਘਰ ਸੱਚੇ ਪਾਤਸ਼ਾਹ ਜੀ ਸੁਣੋ ਇਸ ਗੱਲ ਨੂੰ। ਚੌਪਈ ਸ਼੍ਰੀ ਅੰਗਦ ਸੁਨ ਗੁਰ ਕੋ ਹਰਿ ਹਰਿ ਹਰਿ। ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਹ ਬਚਨ ਸੁਣੇ, ਮਨ ਬੜਾ ਉਹਨਾਂ ਦਾ ਖੁਸ਼ ਹੋਇਆ। ਪਰਮ ਪ੍ਰੇਮ ਜਿਉ ਜਲ ਤਲ ਵਰਖਾ। ਮਨ ਦੇ ਵਿੱਚ ਬਹੁਤਾ ਹੀ ਪ੍ਰੇਮ ਦਾ ਉਛਾਲਾ ਆ ਗਿਆ, ਜਿਵੇਂ ਜਲ ਧਰ ਵਰਖਾ, ਜਿਵੇਂ ਬੱਦਲ ਵਰਦਾ, ਇਉਂ ਬੈਰਾਗ ਦੇ ਵਿੱਚ ਆ ਗਏ। ਬੋਲੇ ਗਿਰਾ ਰਸਾਲ ਕਿਰਪਾਲਾ। ਔਰ ਬੜੀ ਰਸਦਾਇਕ ਬਾਣੀ, ਬੜੇ ਰਸਦਾਇਕ ਬਾਚਨ ਕਿਰਪਾਲੂ ਸਤਿਗੁਰੂ ਜੀ ਬੋਲੇ। ਕਿਤ ਬਿਦ ਬੀਜੈ ਪਤਰੀ ਬਾਲਾ। ਕਹਿੰਦੇ ਭਾਈ ਬਾਲੇ, ਫਿਰ ਇਹ ਜਿਹੜੀ ਜਨਮ ਪੱਤਰੀ ਹੈ ਸਤਿਗੁਰੂ ਦੀ ਆਪਾਂ ਨੂੰ ਕਿਵੇਂ ਮਿਲੇਗੀ? ਐਸਾ ਕੌਣ ਨੀਤ ਸਿਖ ਹੋਈ। ਐਸਾ ਕਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿੱਤਰ ਸਿੱਖ ਹੋਵੇਗਾ ਪਤਰੀ ਕੋ ਦਰਸਾਵੇ ਜੋਈ। ਜਿਹੜਾ ਲਿਆ ਕੇ ਸਾਨੂੰ ਉਸ ਪੱਤਰੀ ਦੇ, ਜਨਮ ਪੱਤਰੀ ਦੇ ਦਰਸ਼ਨ ਕਰਾਵੇ। ਬਾਲਾ ਕਹਿ ਖੋਜ ਜੋ ਕੀਜੈ। ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੇ ਖੋਜ ਕਰੀਏ, ਜੇ ਲੱਭੀਏ ਆਪਾਂ, ਆਉਨੇ ਤੈ ਪਤਰੀ ਕਰ ਲੀਜੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨਿਸ਼ਚੈ ਕਰਕੇ ਹੀ ਇਹ ਗੱਲ ਪੱਕੀ ਹੈ ਵੀ ਆਪਾਂ ਉਹ ਜਨਮ ਪੱਤਰੀ ਲੈ ਲਵਾਂਗੇ, ਪ੍ਰਾਪਤ ਕਰ ਲਵਾਂਗੇ, ਜੇ ਕੋਈ ਐਸਾ ਸਿੱਖ ਲੱਭ ਪਵੇ। ਲਾਲੂ ਆਲੇ ਮਿਲ ਕਰ ਤਾਸੂ। ਭਾਈ ਲਾਲੂ ਜੀ ਦੇ ਆਲੇ ਕਹੀਏ ਘਰ ਦੇ ਵਿੱਚ ਮਿਲ ਕੇ ਉਹਨਾਂ ਨੂੰ ਖੁਜਵਾਵੇਂ ਜਬ ਦੇਖੇ ਪਾਸੂ। ਜਦੋਂ ਉਹਨਾਂ ਤੋਂ ਖੁਜਵਾਵਾਂਗੇ, ਉਹਨਾਂ ਨੂੰ ਕਹਾਂਗੇ ਵੀ ਲੱਭ ਕੇ ਦਿਓ। ਆਉ ਕਰਿਆ ਮੈਂ ਪਠਵੋ ਕੋਈ। ਮਹਾਰਾਜ ਫੇਰ ਉਹ ਜਿਹੜੀ ਜਨਮ ਪੱਤਰੀ ਹੈ ਗੁਰੂ ਨਾਨਕ ਦੇਵ ਜੀ ਦੀ, ਉਹ ਸਾਡੇ ਹੱਥ ਆ ਸਕਦੀ ਹੈ। ਆਪ ਜੀ ਕਿਸੇ ਸਿੱਖ ਨੂੰ ਭੇਜੋ। ਤੇਰੋ ਪੂਰ ਮਨੋਰਥ ਹੋਈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਾਂ ਦਰਸ਼ਨ ਕਰ ਲਵਾਂਗੇ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਦੇ, ਤੇ ਸਾਡੇ ਮਨ ਦਾ, ਆਪ ਜੀ ਦੇ ਮਨ ਦਾ ਜਿਹੜਾ ਫੁਰਨਾ ਹੈ ਇਹ ਪੂਰਨ ਹੋਵੇਗਾ। ਦੋਹਰਾ ਸ਼੍ਰੀ ਅੰਗਦ ਭਾਖੀ ਗਿਰਾਏ। ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੁੰਦਰ ਸੁਭਾਏਮਾਨ ਮੁਖਾਰਬਿੰਦ ਤੋਂ ਬਚਨ ਆਖੇ। ਹੋਵੇ ਤੁਮ ਤੇ ਕਾਮ। ਕਹਿਣ ਲੱਗੇ, ਭਾਈ ਬਾਲੇ, ਜੇ ਤੂੰ ਕਹਿਣਾ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਸਾਥੀ ਸਿੱਖ ਹੋਵੇ, ਉਹ ਲੱਭ ਕੇ ਲਿਆਵੇ। ਕਹਿੰਦੇ ਉਹ ਸਾਥੀ ਸਿੱਖ ਤਾਂ ਤੂੰ ਹੀ ਹੈ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨਾਲ ਇੰਨੀ ਦੇਰ ਰਿਹਾ ਹੈ। ਤੇ ਇਹ ਹੋਵੇ ਤੁਮ ਤੇ ਕਾਮ, ਇਹ ਕੰਮ ਵੀ ਤੇਰੇ ਤੋਂ ਹੀ ਹੋਵੇਗਾ, ਇਹ ਤੂੰ ਲਿਆ ਸਕਦਾ ਹੈ। ਆਏ ਨਗਰ ਮੈਂ ਰਹਿ ਤੋ। ਔਰ ਤੂੰ ਉਸ ਨਗਰ ਦਾ ਰਹਿਣ ਵਾਲਾ ਵੀ ਹੈ, ਓ ਖੁਜਵਾਲੋ ਤੇ ਧਾਮ। ਤੇ ਤੂੰ ਉਹਨਾਂ ਦੇ ਘਰ ਜਾ, ਭਾਈ ਲਾਲੂ ਜੀ ਦੇ ਕੋਲ, ਉਹਨਾਂ ਦੇ ਘਰ ਦੇ ਵਿੱਚੋਂ ਲੱਭ ਕੇ ਲੈ ਕੇ ਆ, ਇਹ ਜਨਮ ਪੱਤਰੀ ਲਭਾ ਲੈ ਉਹਨਾਂ ਦੇ ਨਾਲ ਜਾ ਕੇ। ਚੌਪਈ ਕਹਿ ਬਾਲਾ ਮੁਖ ਸਸੈ ਸੁਦਾਸੀ। ਉਸ ਵੇਲੇ ਭਾਈ ਬਾਲਾ, ਜਿਨ੍ਹਾਂ ਦਾ ਮੁਖ ਚੰਦਰਮਾ ਵਰਗਾ ਹੈ, ਜਿਵੇਂ ਚੰਦਰਮਾ ਦੇ ਵਿੱਚੋਂ ਅੰਮ੍ਰਿਤ ਕਿਰਨਾਂ ਝਰਦੀਆਂ ਨਾ, ਇਸ ਤਰ੍ਹਾਂ ਭਾਈ ਬਾਲੇ ਨੇ ਆਪਣੇ ਸੋਹਣੇ ਚੰਦਰਮਾ ਵਰਗੇ ਮੁਖਾਰਬਿੰਦ ਤੋਂ ਜਿਹੜੀ ਮਿੱਠੀ ਬਾਣੀ ਅੰਮ੍ਰਿਤ ਵਰਗੀ ਮਿੱਠੇ ਬਚਨ ਆਖੇ। ਸ਼੍ਰੀ ਅੰਗਦ ਸੁਣੀਏ ਸੁਖ ਰਾਸੀ। ਹੇ ਸੁੱਖਾਂ ਦੀ ਰਾਸ, ਸੁੱਖਾਂ ਦੇ ਖਜ਼ਾਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣੋ। ਏਕ ਸਿਖ ਦੀਜੈ ਮੁਝ ਸਾਥੂ। ਸਤ ਬਚਨ ਹੈ ਮਹਾਰਾਜ, ਮੈਂ ਤੁਹਾਡਾ ਬਚਨ ਮੰਨ ਕੇ ਚਲਿਆ ਜਾਂਦਾ ਹਾਂ, ਪਰ ਆਪ ਜੀ ਕਿਰਪਾ ਕਰੋ, ਇੱਕ ਸਿੱਖ ਮੇਰੇ ਨਾਲ ਭੇਜ ਦਿਓ। ਜਾਵੇ ਜਸ ਪਦ ਦੀਨਾ ਨਾਥੂ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਸ ਕਰਕੇ ਅਸੀਂ ਛੇਤੀ ਹੀ ਚਲੇ ਜਾਈਏ। ਲਾਲੂ ਆਲੇ ਦੇ ਭੁਲਾਈ। ਭਾਈ ਲਾਲੂ ਦੇ ਘਰ ਦੇ ਵਿੱਚ ਜਾ ਕੇ ਇਹ ਖੋਜ ਲਈਏ, ਇਹ ਲੱਭ ਲਈਏ, ਉਹਨਾਂ ਨੂੰ ਆਖੀਏ ਸਾਨੂੰ ਲੱਭ ਕੇ ਦਿਓ। ਆਨੇਗੇ ਹਮ ਜੇ ਤੈ ਪਾਈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਹਨਾਂ ਨੇ ਭਾਲ ਲਈ ਨਾ, ਲੱਭ ਲਈ ਇਹ ਜਨਮ ਪੱਤਰੀ, ਉਸ ਵੇਲੇ ਅਸੀਂ ਲੈ ਕੇ
ਫਿਰ ਜਲਦੀ ਆ ਜਾਵਾਂਗੇ ਉਹਨਾਂ ਤੋਂ ਜਦੋਂ ਅਸੀਂ ਪ੍ਰਾਪਤ ਕਰ ਲਈ। ਗੁਰ ਪ੍ਰਸੀਦੇ ਬਾਲੇ ਪਰਤਬ ਭਾਈ ਬਾਲਾ ਜੀ ਦੇ ਬਚਨ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਬੜੇ ਪ੍ਰਸੀਦੇ, ਬੜੇ ਪ੍ਰਸੰਨ ਹੋਏ। ਚਿਤ ਕਰਤਾਰ ਨ ਵਿਸਰੈ ਹੋਰ ਕਬ ਕਹਿਣ ਲੱਗੇ, ਭਾਈ ਬਾਲੇ ਤੇਰਾ ਭਲਾ ਹੋਵੇ, ਤੈਨੂੰ ਕਦੇ ਵੀ ਚਿੱਤ ਤੋਂ ਕਰਤਾਰ ਨਾ ਵਿਸਰੇ, ਵਾਹਿਗੁਰੂ ਨਾ ਵਿਸਰੇ। ਲਾਲਾ ਪੰਨੋ ਸਿੱਖ ਸਦਾਇਆ ਉਸ ਵੇਲੇ ਇੱਕ ਪੰਨੂ ਲਾਲਾ ਸਿੱਖ ਸੀ, ਮਹਾਰਾਜ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਸਤਿਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਸਦਾ ਲਿਆ, ਬੁਲਾ ਲਿਆ ਘਰ ਤੋਂ। ਸ੍ਰੀ ਮੁਖਦੇਵ ਬਾਟ ਲਾਇਆ ਜਦੋਂ ਪਹੁੰਚ ਗਿਆ ਸਤਿਗੁਰੂ ਜੀ ਦੇ ਚਰਨਾਂ ਵਿੱਚ, ਆਪਣੇ ਸੁੰਦਰ ਮੁਖਾਰ ਬਿੰਦ ਤੋਂ ਇਉਂ ਬਚਨ ਕੀਤੇ। ਗੁਰ ਸਿੱਖੀ ਤੁਮ ਮੈਂ ਅਦਕਾਈ ਕਹਿਣ ਲੱਗੇ, ਭਾਈ ਲਾਲੇ ਪੰਨੂ ਸਿੱਖ, ਤੇਰੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਬਹੁਤ ਭਾਰੀ ਹੈ। ਜਿਵ ਸਾਮਨ ਸਰਤਾ ਬਹੁਤਾਈ ਜਿਵੇਂ ਕਹਿੰਦੇ ਸਾਉਣ ਦੇ ਮਹੀਨੇ ਦੇ ਵਿੱਚ ਨਦੀ ਬੜੀ ਭਰ ਕੇ ਵਗਦੀ ਹੁੰਦੀ ਹੈ ਜਲ ਦੇ ਨਾਲ, ਇਉਂ ਤੇਰੇ ਵਿੱਚ ਗੁਰੂ ਨਾਨਕ ਦੀ ਸਿੱਖੀ ਬਹੁਤ ਭਰੀ ਹੋਈ ਹੈ। ਤੋਰਾ ਬਾਲੇ ਸੰਗ ਦਈਏ ਤਾਂ ਕਹਿਣ ਲੱਗੇ, ਤੁਸੀਂ ਸਾਡਾ ਬਚਨ ਮੰਨ ਕੇ ਭਾਈ ਬਾਲੇ ਦੇ ਨਾਲ ਜਾਓ ਉੱਥੇ, ਜਨਮਿਓ ਮਮਨਾਥ ਜਿੱਥੇ ਮੇਰੇ ਮਾਲਕ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਨਮ ਧਾਰਨ ਕੀਤਾ, ਆਗਮਨ ਹੋਇਆ ਹੈ ਉਹਨਾਂ ਦਾ। ਭਵ ਪਤਰੀ ਕੋ ਆਨ ਕੈ ਉੱਥੇ ਉਹਨਾਂ ਦੀ ਜਿਹੜੀ ਜਨਮ ਪੱਤਰੀ ਹੈ ਉਸ ਨੂੰ ਲਿਆ ਕੇ ਜੈ ਜਨਮ ਸੁਖਾਤ ਆਪਣਾ ਜਨਮ ਸਫਲਾ ਕਰ ਲਵੋ। ਕਉ ਪਈ ਸੁਨ ਸੁਰਤ ਬਚਨ ਸਮਾਧਨਾਂਗਾ ਜਦੋਂ ਭਾਈ ਲਾਲੇ ਪੰਨੂ ਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣੇ, ਅੰਗਾਂ ਦੇ ਵਿੱਚ ਨਹੀਂ ਸਮਾਉਂਦਾ ਭਾਵ ਬਹੁਤ ਖੁਸ਼ ਹੋਇਆ। ਅਯੋਧਿਆਰ ਚਰਨ ਕੋ ਸੰਗਾ ਉਸ ਵੇਲੇ ਭਾਈ ਬਾਲੇ ਜੀ ਦਾ ਸੰਗ ਕਰਨ ਵਾਸਤੇ, ਨਾਲ ਜਾਣ ਵਾਸਤੇ ਤਿਆਰ ਹੋ ਗਿਆ। ਧਨ ਭਾਗ ਆਪਣੇ ਕਰ ਜਾਣੇ ਆਪਣੇ ਧਨ ਭਾਗ ਜਾਣੇ, ਸਤਿਗੁਰੂ ਨੇ ਮੈਨੂੰ ਕੋਈ ਬਚਨ, ਕੋਈ ਕੰਮ ਕਰਨ ਵਾਸਤੇ ਕੀਤਾ ਹੈ, ਮੇਰੇ ਧਨ ਭਾਗ ਹੈ, ਸਤਿਗੁਰੂ ਦੇ ਕੰਮ ਆਵਾਂਗਾ। ਪਤਰੀ ਨਾਨਕ ਦਰਸ਼ਨ ਮਾਨੇ ਔਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਪੱਤਰੀ ਦੇ ਜੇ ਮੈਨੂੰ ਦਰਸ਼ਨ ਹੋ ਜਾਣ, ਮੇਰੇ ਤੋਂ ਵੱਡੇ ਭਾਗੀ ਦੇ ਹੋਣਗੇ, ਮੈਂ ਵੱਡਿਆਂ ਭਾਗਾਂ ਵਾਲਾ ਹੋਵਾਂਗਾ। ਬੰਧਨ ਕਰ ਸੁਨ ਸਤ ਕਰਤਾਰ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੋਵਾਂ ਸਿੱਖਾਂ ਨੇ, ਭਾਈ ਬਾਲਾ ਜੀ ਬਜ਼ੁਰਗ ਅਵਸਥਾ ਵਾਲੇ ਸਿੱਖ ਹੈ ਔਰ ਭਾਈ ਲਾਲਾ ਪੰਨੂ, ਦੋਵਾਂ ਨੇ ਨਮਸਕਾਰ ਕੀਤੀ ਤੇ ਸਤਿਗੁਰੂ ਨੇ ਸਤ ਕਰਤਾਰ ਕਹਿ ਕੇ ਆਗਿਆ ਦਿੱਤੀ। ਚਲਦ ਭਏ ਨਾਨਕ ਉਰ ਧਾਰ ਦੋਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਿਰਦੇ ਵਿੱਚ ਧਿਆਨ ਧਰ ਕੇ ਚੱਲ ਪਏ ਨਨਕਾਣਾ ਸਾਹਿਬ ਵੱਲ ਨੂੰ, ਰਾਏ ਭੋਏ ਦੀ ਤਲਵੰਡੀ ਨੂੰ। ਪਗ ਮਹਿ ਮਹਿਮਾ ਅਮੀ ਪਟੰਤਰ ਰਸਤੇ ਵਿੱਚ ਜਾਂਦੇ ਜਾਂਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮਹਿਮਾ ਜਿਹੜੀ ਸਾਧ ਸੰਗਤ ਜੀ ਅੰਮ੍ਰਿਤ ਦੇ ਬਰਾਬਰ ਹੈ, ਉਹ ਮਹਿਮਾ ਉਸਤਤ ਕਰਦੇ ਜਾਂਦੇ ਹਨ। ਕੈਦ ਸੁਨਤ ਜੁਗ ਚਲਤ ਨਿਰੰਤਰ ਦੋਵੇਂ ਨਿਰੰਤਰ ਇੱਕ ਰਸ ਲਗਾਤਾਰ ਚੱਲਦੇ ਗਏ, ਸਤਿਗੁਰੂ ਦੀ ਮਹਿਮਾ ਨੂੰ ਕਹਿੰਦੇ ਸੁਣਦੇ। ਪਹੁੰਚੇ ਜਬ ਤਲਵੰਡੀ ਜਾਈ ਜਦੋਂ ਸਾਧ ਸੰਗਤ ਜੀ ਰਾਏ ਭੋਏ ਦੀ ਤਲਵੰਡੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਵਿਖੇ ਪਹੁੰਚੇ ਦੋਵੇਂ, ਲਾਲੂ ਵਾਲੇ ਮਿਲੇ ਆਈ ਜਾ ਕੇ ਭਾਈ ਲਾਲੂ ਜੀ ਜਿਹੜੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਾਚਾ ਜੀ ਹਨ, ਸਤਿਕਾਰਯੋਗ, ਉਹਨਾਂ ਨੂੰ ਘਰ ਵਿੱਚ ਜਾ ਕੇ ਮਿਲੇ। ਕਰ ਬੰਧਨ ਪੁਨ ਬਚਨ ਉਚਾਰਾ ਉਹਨਾਂ ਬਜ਼ੁਰਗਾਂ ਨੂੰ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਮੱਥਾ ਟੇਕ ਕੇ ਕਹਿਣ ਲੱਗੇ, ਸੁਨ ਲਾਲੂ ਇੱਕ ਪਰ ਉਪਕਾਰਾ ਕਹਿਣ ਲੱਗੇ ਭਾਈ ਲਾਲੂ ਜੀ ਸੁਣੋ, ਇੱਕ ਪਰ ਉਪਕਾਰ ਕਰੋ ਸਾਡੇ ਤੇ। ਦੋਹਰਾ ਸੋਧਿਓ ਹਮ ਜੋ ਗੁਰ ਪਇਓ ਕਹਿੰਦੇ ਅਸੀਂ ਖੋਜ ਲਿਆ, ਲੱਭ ਲਿਆ ਗੁਰੂ ਅੰਗਦ ਦੇਵ ਮਹਾਰਾਜ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਹਨ, ਉਹਨਾਂ ਨੂੰ। ਅੰਗਦ ਪਰਮ ਨਿਧਾਨ ਉਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਹੈ ਤੇ ਪਰਮ ਨਿਧਾਨ, ਬਹੁਤ ਵੱਡੇ ਦਇਆ ਦੇ ਖਜ਼ਾਨੇ, ਭਗਤੀ ਦੇ ਖਜ਼ਾਨੇ ਹਨ। ਸ੍ਰੀ ਨਾਨਕ ਪੁਨ ਤਿਨ ਬਿਕੈ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਫਿਰ ਗੁਰੂ ਅੰਗਦ ਦੇਵ ਜੀ, ਇਹਨਾਂ ਦੋਵਾਂ ਦੇ ਵਿੱਚ ਭੇਦ ਨ ਕੋ ਜਾਣ ਕਹਿੰਦੇ ਅਸੀਂ ਕੋਈ ਭੇਦ ਨਹੀਂ ਜਾਣਿਆ, ਕੋਈ ਅੰਤਰ ਨਹੀਂ ਜਾਣਿਆ। ਗੁਰੂ ਨਾਨਕ ਵੱਖਰੇ ਨਹੀਂ ਹਨ ਗੁਰੂ ਅੰਗਦ ਦੇਵ ਮਹਾਰਾਜ ਤੋਂ, ਉਹੀ ਸਰੂਪ ਹਨ। ਸੋ ਪਈ ਦੀਨੀ ਅੰਗਦ ਕੋ ਗੁਰਿਆਈ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਿਆਈ, ਗੁਰਤਾ ਗੱਦੀ ਦਿੱਤੀ ਹੈ। ਤਿਨ ਪਤਰੀ ਤੁਮ ਸੋ ਮੰਗਵਾਈ
ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਪੱਤਰੀ ਤੁਹਾਡੇ ਪਾਸੋਂ ਮੰਗਵਾਈ ਹੈ, ਲਾਲ ਸਹੇਰਨ ਤਾਸ ਮਸਾਲਾ। ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਬਹੁਤ ਲਾਲਸਾ ਹੈ, ਬਹੁਤ ਉਹਨਾਂ ਦੇ ਮਨ ਦੀ ਇਹ ਤੀਬਰ ਇੱਛਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਪੱਤਰੀ ਦੇ ਦਰਸ਼ਨ ਕਰਨ। ਸੁਣ ਕਰ ਸਿੱਖ ਪਟਿਓ ਤਤਕਾਲ। ਉਸ ਵੇਲੇ ਸੁਣ ਕੇ ਮੇਰੇ ਨਾਲ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਆ ਇੱਕ ਸਿੱਖ ਲਾਲਾ ਨੂੰ ਭੇਜਿਆ ਹੈ। ਲਾਲੂ ਕਹਿ ਨਾ ਮੁਝ ਸੁਧ ਕੋ। ਉਸ ਵੇਲੇ ਭਾਈ ਲਾਲੂ ਜੀ ਬਜ਼ੁਰਗ ਅਵਸਥਾ ਵਿੱਚ ਹੈ, ਕਹਿਣ ਲੱਗੇ ਵੀ ਨਹੀਂ ਮੁਝ ਸੁਧ ਕੋ, ਕਹਿੰਦੇ ਮੈਨੂੰ ਤਾਂ ਕਹਿੰਦੇ ਕੋਈ ਸੁਧ ਨਹੀਂ, ਕੋਈ ਖਬਰ ਨਹੀਂ ਵੀ ਕਿੱਥੇ ਹੋਣੀ ਹੈ ਜਨਮ ਪੱਤਰੀ। ਭਾਵ ਪਤਰੀ ਤੁਮ ਜਾਤ ਜੋ। ਜਿਹੜੀ ਜਨਮ ਪੱਤਰੀ ਤੁਸੀਂ ਜਾਚਦੇ ਹੋ, ਮੰਗਦੇ ਹੋ, ਲੈ ਕੇ ਜਾਣਾ ਚਾਹੁੰਦੇ ਹੋ, ਕਹਿੰਦੇ ਮੈਨੂੰ ਨਹੀਂ ਉਹਦੇ ਬਾਰੇ ਪਤਾ ਕੋਈ। ਨਾਨਕ ਕੇ ਤੁਮ ਬਹੁਤ ਪਿਆਰੇ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭਾਈ ਬਾਲਾ ਜੀ ਤੁਸੀਂ ਬਹੁਤ ਪਿਆਰੇ ਸਿੱਖ ਹੋ। ਹਮ ਸੋ ਕਉ ਸਭ ਭੇਦ ਵਿਚਾਰੀ। ਸੋ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਕਹਿ ਰਹੇ ਹੋ ਤੇ ਸਭ ਭੇਦ ਜਾਣਦੇ ਹੋ, ਸਭ ਕੁਝ ਵਿਚਾਰ ਤੁਹਾਨੂੰ ਪਤਾ ਹੈ। ਗੁਰ ਅੰਗਦ ਹੈ ਕੈਸੀ ਚੰਦ। ਕਹਿੰਦੇ ਮੈਨੂੰ ਇਹ ਸਾਰੀ ਗੱਲ ਵਿਚਾਰ ਕੇ ਦੱਸੋ ਪਹਿਲਾਂ ਤਾਂ ਵੀ ਇਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਗੁਰੂ ਅੰਗਦ ਦੇਵ ਜੀ ਮਹਾਰਾਜ ਹਨ, ਜਾਂ ਸਾਡੇ ਪੋਤਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਪੁੱਤਰ ਸ਼੍ਰੀ ਚੰਦ ਜੀ ਹਨ। ਮੰਜੀ ਕੇ ਫਿਰ ਆਨੰਦ ਕੰਦ। ਕਹਿੰਦੇ ਜਿਹੜੇ ਆਨੰਦ ਨੂੰ ਬਖਸ਼ਣ ਵਾਲੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੱਦੀ ਹੈ, ਉਹ ਕਿਹਨੂੰ ਬਖਸ਼ ਕੇ ਗਏ ਹੈ, ਕਿਹਦੇ ਕੋਲ ਹੈ? ਗੁਰੂ ਅੰਗਦ ਦੇਵ ਜੀ ਕੋਲ ਹੈ ਜਾਂ ਬਾਬਾ ਸ਼੍ਰੀ ਚੰਦ ਜੀ ਕੋਲ ਹੈ? ਸੁਤਨੇ ਲਈ ਕੇ ਸੇਵਕ ਪਾਈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਪੁੱਤਰ ਨੇ ਗੱਦੀ ਪ੍ਰਾਪਤ ਕੀਤੀ ਹੈ ਜਾਂ ਉਹਨਾਂ ਦੇ ਸੇਵਕ ਨੇ ਪ੍ਰਾਪਤ ਕੀਤੀ ਹੈ? ਤਖਤ ਬੈਸ ਕਿਸ ਗੁਰਤਾਈ। ਕੌਣ ਤਖਤ ਦੇ ਉੱਤੇ ਵਿਰਾਜਦਾ ਇਸ ਵੇਲੇ, ਕਿਸ ਕੋਲ ਗੁਰਤਾ ਗੱਦੀ ਆਈ ਹੈ? ਦੋਹਰਾ ਕਹਿ ਬਾਲਾ ਅੰਗਦ ਗੁਰੂ। ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਗੁਰਤਾ ਗੱਦੀ ਦੇ ਉੱਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਵਿਰਾਜਮਾਨ ਹਨ, ਜੈ ਸ਼੍ਰੀ ਨਾਨਕ ਆਪ। ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਗੁਰੂ ਬਣਾਇਆ, ਆਪ ਗੁਰਤਾ ਗੱਦੀ ਦਿੱਤੀ ਹੈ। ਪੈਸੇ ਪੰਜ ਨਲੇਰ ਤਲ। ਔਰ 5 ਪੈਸੇ ਅਤੇ ਨਾਰੀਅਲ ਰੱਖ ਕੇ ਸਿਰ ਨਿਵਾਏ ਦੀਏ ਥਾਪ। ਆਪ ਉਹਨਾਂ ਦੇ ਅੱਗੇ ਸਿਰ ਨਵਾ ਕੇ ਮੱਥਾ ਟੇਕ ਕੇ ਉਹਨਾਂ ਨੂੰ ਗੁਰੂ ਥਾਪਿਆ ਆਪਣੀ ਜਗ੍ਹਾ ਦੇ ਉੱਤੇ। ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਅਰਪਣ ਕੀਤੀ ਹੈ। ਇਹ ਗੁਰਤਾ ਗੱਦੀ ਦੀ ਰੀਤੀ ਰਹੀ ਹੈ, ਜਿਹੜੇ ਵੀ ਗੁਰੂ ਸਾਹਿਬ ਅੱਗੇ ਗੁਰਤਾ ਗੱਦੀ ਅਰਪਦੇ 5 ਪੈਸੇ ਅਤੇ ਨਾਰੀਅਲ ਰੱਖ ਕੇ ਪ੍ਰਕਰਮਾ ਕਰਕੇ ਫਿਰ ਅਗਲੇ ਉੱਤਰਾਧਿਕਾਰੀ ਨੂੰ ਮੱਥਾ ਟੇਕ ਦਿੰਦੇ ਸੀ। ਇਹ 5 ਪੈਸੇ ਰੱਖਣ ਦਾ ਮਤਲਬ ਹੁੰਦਾ ਸੀ ਵੀ ਸਾਰੀ ਮਾਇਆ, ਸਾਰੀ ਲక్ష్ਮੀ ਤੁਹਾਡੇ ਅਧੀਨ ਕੀਤੀ ਅੱਜ ਤੋਂ, ਬਖਸ਼ਿਸ਼ਾਂ ਕਰਦੇ ਸਨ। ਔਰ ਨਾਰੀਅਲ ਰੱਖਣ ਦਾ ਮਤਲਬ ਇਹ ਹੁੰਦਾ ਸੀ ਵੀ ਨਾਰੀਅਲ ਸਿਰ ਵਰਗਾ ਹੁੰਦਾ, ਵੀ ਜਿੰਨੇ ਦੇਵਤਿਆਂ, ਮਨੁੱਖਾਂ, ਜੀਵ ਜੰਤੂਆਂ, ਸਭ ਖੰਡਾਂ ਬ੍ਰਹਮੰਡਾਂ ਦੇ ਸਿਰ ਹੈ, ਸੀਸ ਹੈ, ਉਹ ਤੁਹਾਡੇ ਚਰਨਾਂ ਦੇ ਉੱਤੇ ਝੁਕਾ ਦਿੱਤੇ। ਅੱਜ ਤੋਂ ਤੁਸੀਂ ਗੁਰੂ ਆ, ਸਭ ਤੋਂ ਵੱਡੇ ਹੋ। ਸੋ 5 ਪੈਸੇ ਅਤੇ ਨਾਰੀਅਲ ਰੱਖ ਕੇ ਗੁਰਤਾ ਗੱਦੀ ਦਿੱਤੀ। ਤੋ ਪਈ ਤਿਨ ਕੀ ਸਮਤਾ ਹੋਵੇ ਕੈਸੀ। ਕਹਿਣ ਲੱਗੇ ਜੀ ਉਸ ਗੁਰੂ ਸਾਹਿਬ ਜੀ ਦੀ ਸਮਤਾ ਬਰਾਬਰੀ ਕਿਸ ਤਰ੍ਹਾਂ ਹੋ ਸਕਦੀ ਹੈ? ਤਾਪਿਓ ਗੁਰੂ ਨਾਨਕ ਜਲ ਐਸੀ। ਜਿਨ੍ਹਾਂ ਨੂੰ ਐਸ ਰੀਤੀ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਗੁਰੂ ਥਾਪਿਆ ਹੈ, ਖੋਜ ਲਿਓ ਹਮ ਗੁਰਮਤਿ ਰਾ। ਅਸੀਂ ਉਹਨਾਂ ਨੂੰ ਖੋਜ ਲਿਆ ਹੈ, ਲੱਭ ਲਿਆ ਹੈ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਜਿਹੜੇ ਬੜੀ ਧੀਰਜ ਧਾਰੀ ਮੱਤ ਵਾਲੇ ਹਨ। ਜਿਉ ਕਨਵਾਰੀ ਪਾਵੇਂ ਹੀਰਾ। ਜਿਵੇਂ ਖਾਣਾ ਦੇ ਵਿੱਚੋਂ ਖਣਵਾਰੇ ਆ ਜਿਹੜੇ ਉਹ ਹੀਰੇ ਲੱਭ ਲੈਂਦੇ ਆ ਨਾ ਖੋਦ ਖੋਦ ਕੇ, ਉਸ ਤਰ੍ਹਾਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤਰਾਧਿਕਾਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਲੱਭ ਲਿਆ, ਦਰਸ਼ਨ ਕੀਤੇ ਹਨ। ਸ੍ਰੀ ਚੰਦ ਗੁਰ ਸੰਤਤ ਜਾਨੀ। ਸ੍ਰੀ ਚੰਦ ਜੀ ਉਹ ਆਪਣੇ ਆਪ ਨੂੰ ਗੁਰੂ ਕੀ ਸੰਤਾਨ, ਗੁਰੂ ਕਾ ਪੁੱਤਰ ਜਾਣ ਕਰਕੇ ਮਾਨੈ ਮਾਨਵ ਮਨ ਅਨਮਾਨੇ। ਸੋ ਉਹਨਾਂ ਨੂੰ ਵੀ ਬਹੁਤ ਸਾਰੇ ਲੋਕ ਮੰਨਦੇ ਆ, ਉਹਨਾਂ ਦੀ ਪੂਜਾ ਕਰਦੇ ਆ ਕਿ ਗੁਰੂ ਕਾ ਸੁਪੁੱਤਰ ਹੈ, ਗੁਰੂ ਸਾਹਿਬ ਵਾਂਗੂ ਹੀ ਉਹਨਾਂ ਦਾ ਸਤਿਕਾਰ ਕਰਦੇ ਹਨ। ਗੁਰ ਅੰਗਦ ਕੋ ਗੁਰਤਾ ਦੇ। ਪਰ ਜਿਹੜੀ ਗੁਰਤਾ ਗੱਦੀ ਹੈ ਉਹ ਸਤਿਗੁਰੂ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਹੈ। ਕਿਦੋਂ ਦੁਤੀਏ ਨਾਨਕ ਪ੍ਰਗਟੇ। ਕਹਿੰਦੇ ਇਉਂ ਸਮਝ ਲਓ ਭਾਈ ਲਾਲੂ ਜੀ ਵੀ ਦੂਜੇ ਗੁਰੂ ਨਾਨਕ ਹੀ ਪ੍ਰਗਟ ਹੋਏ ਹੈ,
ਬਿਲਕੁਲ ਇਹੋ ਜਿਹਾ ਸਰੂਪ ਹੈ, ਉਹੋ ਜਿਹਾ ਉਹਨਾਂ ਦਾ ਸੁਭਾਅ ਹੈ। ਸੁਣ ਕਰ ਲਾਲੂ ਗਿਰਾ ਹਲਾਈ। ਉਸ ਵੇਲੇ ਭਾਈ ਲਾਲੂ ਜੀ ਨੇ ਸੁਣ ਕੇ ਬਚਨ ਆਖੇ, ਖੋਜਿਓ ਜੇ ਪੱਤਰੀ ਹੋਏ ਭਾਈ। ਕਹਿੰਦੇ ਭਾਈ ਲੱਭ ਲਓ ਜੇ ਜਨਮ ਪੱਤਰੀ ਇੱਥੇ ਮਿਲਦੀ ਹੈ ਤਾਂ, ਕਾਗਰ ਲੇਖੇ ਕੇ ਇੱਕ ਥਾਈ। ਕਿਉਂਕਿ ਜਿੰਨੇ ਲੇਖੇ ਦੇ ਹਿਸਾਬ ਕਿਤਾਬ ਵਾਲੇ ਕਾਗਰ ਕਾਗਜ਼ ਹਨ ਸਾਰੇ ਇੱਕ ਥਾਂ ਦਫ਼ਤਰ ਵਿੱਚ ਰੱਖੇ ਹਨ। ਬਹੁ ਮੈਂ ਮਿਲੀ ਨਾ ਜਾਣੀ ਜਾਈ। ਫਿਰ ਉਹ ਸਾਰੇ ਕਾਗਜ਼ਾਂ ਦੇ ਵਿੱਚ ਹੀ ਕਿਤੇ ਪਈ ਹੋਣੀ ਹੈ, ਨਾ ਜਾਣੀ ਜਾਈ, ਪਤਾ ਨਹੀਂ ਲੱਗਦਾ। ਮੈਨੂੰ ਤਾਂ ਨਹੀਂ ਪਤਾ ਲੱਗਣਾ ਵੀ ਉਹ ਕਿੱਥੇ ਪਈ ਹੈ, ਕਿਉਂਕਿ ਮਹਿਤਾ ਚੰਦ ਜੀ, ਮਹਿਤਾ ਕਾਲੂ ਜੀ ਪਟਵਾਰੀ ਸਨ, ਸੋ ਉਹਨਾਂ ਦੇ ਲੇਖੇ ਦੇ ਹਿਸਾਬ ਕਿਤਾਬ ਵਹੀਆਂ ਸਾਰਾ ਇੱਕ ਕਮਰੇ ਦੇ ਵਿੱਚ ਦਫ਼ਤਰ ਦੇ ਵਿੱਚ ਰੱਖਿਆ ਹੋਇਆ ਸੀ। ਭਾਈ ਲਾਲੂ ਜੀ ਕਹਿੰਦੇ ਵੀ ਸਾਡੇ ਭਰਾ ਦਾ ਜਿੱਥੇ ਸਾਰਾ ਇਹ ਖਜ਼ਾਨਾ ਲੇਖੇ ਦੀਆਂ ਕਿਤਾਬਾਂ ਵਹੀਆਂ ਸਭ ਕੁਝ ਰੱਖਿਆ ਹੋਇਆ, ਉਹਨਾਂ ਵਿੱਚ ਪਈ ਹੋਣੀ ਹੈ, ਕਿਤੇ ਲੱਭਣੀ ਨਹੀਂ ਮੈਨੂੰ। ਦੋਰਾ ਕਹਿ ਬਾਲਾ ਲਾਲੂ ਸੁਣੋ। ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਹੇ ਭਾਈ ਲਾਲੂ ਜੀ ਸੁਣੋ, ਤੂੰ ਕਾੜੋ ਕੋ ਭਰਾਤ। ਤੁਸੀਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਭਾਈ ਮਹਿਤਾ ਕਾਲੂ ਜੀ ਦੇ ਭਰਾ ਹੋ। ਜਨਮ ਜਨਕ ਨਾਨਕ ਨਹਿਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜਨਮ ਦੇਣ ਵਾਲੇ ਉਹਨਾਂ ਦੇ ਜਨਕ, ਉਹਨਾਂ ਦੇ ਪਿਤਾ ਕਾਲੂ ਜੀ ਤਾਂ ਨਹੀਂ ਹਨ ਇਸ ਵੇਲੇ। ਤੂੰ ਤੇ ਅਭੈ ਅਗਾਤ। ਤੇ ਤੁਸੀਂ ਕਹਿੰਦੇ ਹੋ ਕਿ ਮੇਰੇ ਤੋਂ ਅਗਿਆਤ ਹੈ, ਮੇਰੇ ਸਮਝ ਦੇ ਵਿੱਚ ਨਹੀਂ, ਮੇਰੇ ਸਾਹਮਣੇ ਨਹੀਂ ਹੈ ਇਹ ਜਨਮ ਪੱਤਰੀ। ਤੇ ਕਹਿੰਦੇ ਉਹ ਤਾਂ ਹੁਣ ਤੁਹਾਡੇ ਤੋਂ ਆਗਾਤ, ਤੁਹਾਡੇ ਤੋਂ ਪ੍ਰਾਪਤ ਹੋਵੇਗੀ। ਚੋ ਭਈ ਤੂੰ ਬਿਨ ਕੌਣ ਕਰੇ ਹਮ ਕੰਮ। ਕਹਿਣ ਲੱਗੇ ਤੁਹਾਡੇ ਤੋਂ ਬਿਨਾ ਸਾਡਾ ਇਹ ਕੰਮ ਹੋਰ ਕੌਣ ਕਰੇਗਾ। ਭਵ ਪਤਰੀ ਉਡ ਖੋਜੋ ਤਮ। ਤੇ ਆਪ ਜੀ ਕਿਰਪਾ ਕਰੋ, ਉਠੋ ਹਿੰਮਤ ਧਾਰ ਕੇ ਇਹ ਜਨਮ ਪੱਤਰੀ ਆਪਣੇ ਘਰ ਦੇ ਵਿੱਚੋਂ ਲੱਭੋ। ਸੁਣ ਬਾਲੇ ਸੁਣ ਕੀ ਬਾਲੇ ਕੀ ਸੁਣੋ ਗਿਰਾ ਰਸਾਲੂ। ਭਾਈ ਬਾਲਾ ਜੀ ਦੇ ਇਹ ਬਚਨ ਸੁਣ ਕੇ ਕਾਗਰ ਗ੍ਰਹਿ ਖੋਜਤ ਪਾਲਾਲੂ। ਉਸ ਵੇਲੇ ਦਫ਼ਤਰ ਦੇ ਵਿੱਚ ਕਮਰੇ ਦੇ ਵਿੱਚ ਗਏ ਤੇ ਇਹ ਜਿਹੜੇ ਭਾਈ ਲਾਲੂ ਜੀ ਹੈ ਕਾਗਜ਼ਾਂ ਨੂੰ ਫੋਲਣ ਲੱਗ ਪਏ, ਵਹੀਆਂ ਨੂੰ ਫੋਲਣ ਲੱਗੇ। ਖੋਜਤ ਪਤਰੀ ਜਦ ਹੀ। ਜਦੋਂ ਖੋਜਦਿਆਂ ਲੱਭਦਿਆਂ ਜਨਮ ਪੱਤਰੀ ਦਿਵਸ ਪੰਜਵੇਂ ਪਾਈ ਤਬ ਹੀ। 5 ਦਿਨ ਲੱਗ ਗਏ ਲੱਭਦਿਆਂ ਨੂੰ। 5ਵੇਂ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਨਮ ਪੱਤਰੀ ਇਹਨਾਂ ਨੂੰ ਮਿਲ ਗਈ। ਦੀਨੀ ਲਾਲੂ ਨੇ ਕਰਬਾਲਾ। ਉਸ ਵੇਲੇ ਭਾਈ ਲਾਲੂ ਜੀ ਨੇ ਭਾਈ ਬਾਲੇ ਦੇ ਹੱਥ ਜਨਮ ਪੱਤਰੀ ਦੇ ਦਿੱਤੀ। ਤਾਹੀਂ ਦਈ ਕਰ ਪੰਨੂ ਲਾਲਾ। ਉਹਨਾਂ ਨੇ ਮੱਥਾ ਟੇਕ ਕੇ ਭਾਈ ਜਿਹੜਾ ਪੰਨੂ ਲਾਲਾ ਸੀ ਨਾਲ ਸਿੱਖ ਆਇਆ ਹੋਇਆ ਭਾਈ ਬਾਲੇ ਨੇ ਉਹਨਾਂ ਦੇ ਹੱਥ ਫੜਾ ਦਿੱਤੀ। ਲੈ ਪੰਨੂ ਪੁਨ ਬਚਨ ਉਚਾਰੇ। ਭਾਈ ਲਾਲੇ ਪੰਨੂ ਨੇ ਜਨਮ ਪੱਤਰੀ ਹੱਥਾਂ ਵਿੱਚ ਲੈ ਕੇ ਬਚਨ ਆਖੇ। ਬਾਲੇ ਚਲੀਏ ਸੰਗ ਹਮਾਰੀ। ਕਹਿੰਦੇ ਭਾਈ ਬਾਲਾ ਜੀ ਹੁਣ ਇਉਂ ਇਹ ਜਨਮ ਪੱਤਰੀ ਮੈਨੂੰ ਫੜਾ ਕੇ ਨਹੀਂ ਸਰਨਾ, ਤੁਸੀਂ ਵੀ ਮੇਰੇ ਨਾਲ ਖਡੂਰ ਸਾਹਿਬ ਚੱਲੋ। ਏਰੇ ਗੁਰ ਉਰ ਹਰ ਕਾ ਪਾਰਾ। ਜਦੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਆ ਜਨਮ ਪੱਤਰੀ ਵੇਖਣਗੇ, ਆਪਾਂ ਨੂੰ ਗਿਆਨ ਨੂੰ ਵੇਖਣਗੇ ਤੇ ਉਸ ਵੇਲੇ ਮਨ ਵਿੱਚ ਬਹੁਤ ਖੁਸ਼ ਹੋਣਗੇ। ਪਰਮ ਪਸੀਜੈ ਪਰਉਪਕਾਰਾ। ਤੇ ਪਰਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਬਹੁਤ ਖੁਸ਼ੀਆਂ ਕਰਨਗੇ। ਸੁਨ ਸੁਨਨ ਮਨ ਮੈਂ ਅਨਮਾਨੀ। ਜਦੋਂ ਭਾਈ ਲਾਲੇ ਪੰਨੂ ਦੇ ਇਹ ਬਚਨ ਕੰਨੀ ਸੁਣੇ ਭਾਈ ਬਾਲਾ ਜੀ ਨੇ ਤੇ ਉਹਨਾਂ ਨੇ ਇਹ ਮਨ ਦੇ ਵਿੱਚ ਗੱਲ ਮੰਨ ਲਈ ਬਾਣੀ ਪਨਤ ਸੁਪਨ ਮਮ ਸਾਨੀ। ਕਿ ਇਹ ਜਿਹੜੀ ਬਾਣੀ ਬੋਲ ਰਹੇ ਆ, ਇਹ ਜਿਹੜੇ ਬਚਨ ਕਹਿ ਰਹੇ ਆ, ਇਹ ਮੈਨੂੰ ਸੁੱਖ ਦੇਣ ਵਾਲੇ ਹਨ। ਕਹਨੇ ਸੁਗਲ ਸੰਗ ਮਗ ਮਾਰੀ। ਦੋਵੇਂ ਜੁਗਲ ਨਾਮ ਹੈ ਦੋ ਦਾ, ਦੋਵੇਂ ਸਿੱਖ ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਰਸਤੇ ਵਿੱਚ ਜਾ ਰਹੇ ਹਨ। ਬਾਲਾ ਪੁਨ ਪੰਨੂ ਦੇ ਸਤਾਹੀ। ਭਾਈ ਬਾਲਾ ਜੀ ਤੇ ਨਾਲ ਉਹਨਾਂ ਦੇ ਭਾਈ ਲਾਲਾ ਪੰਨੂ ਜੀ। ਦੋਹਰਾ ਲਾਲੂ ਚਲੋ ਮਿਲਤ ਮੈਂ। ਉਸ ਵੇਲੇ ਭਾਈ ਲਾਲੂ ਜੀ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਚਾ ਜੀ ਹਨ, ਇਹਨਾਂ ਨੂੰ ਚੱਲਣ ਲੱਗਿਆਂ ਨੂੰ ਮਿਲ ਕੇ ਐਸੇ ਪੰਜ ਦਲੇਰ। ਇਹਨਾਂ ਨੇ 5 ਪੈਸੇ ਤੇ ਇੱਕ ਨਾਰੀਅਲ ਆਪਣੇ ਘਰੋਂ ਭੇਟ ਕੀਤਾ। ਆਪਣੀ ਦੇ ਤੇ ਭੇਟ ਦੀ। ਆਪਣੀ ਦਿਸ਼ਾ ਤੋਂ ਆਪਣੇ ਵੱਲੋਂ ਗੁਰੂ ਨਾਨਕ ਦੇ ਘਰ ਵੱਲੋਂ
ਇਹਨਾਂ ਨੇ ਇਹ ਭੇਟਾ ਦਿੱਤੀ। ਬੋਲਿਓ ਮੁਖ ਤੇ ਫੇਰ ਭੇਟਾ ਇਹਨਾਂ ਦੇ ਹੱਥ ਫੜਾ ਕੇ ਫਿਰ ਮੁਖੋਂ ਬੋਲੇ। ਚੌਬਈ ਅਮਰੀ ਦੇ ਦਿਓ ਸੰਦੇਸ਼ਾ। ਕਹਿੰਦੇ ਸਾਡੀ ਦਿਸ਼ਾ ਤੋਂ ਸਾਡੀ ਤਰਫੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਸੰਦੇਸ਼ ਆ, ਇਹ ਸੁਨੇਹਾ ਦੇ ਦਿਓ। ਸ੍ਰੀ ਅੰਗਦ ਜਿਸ ਦੋਸ਼ ਨਾ ਦੇਸਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਲੇਸ਼ ਮਾਤਰ ਵੀ ਕੋਈ ਦੋਸ਼ ਨਹੀਂ ਹੈ, ਜਿਨ੍ਹਾਂ ਵਿੱਚ ਸ੍ਰੀ ਚੰਦ ਜੀ ਰਿਸ ਕਾ ਧਰੈ। ਔਰ ਦੋਸ਼ ਜਿਹੜਾ ਉਹਨਾਂ ਨੂੰ ਲੇਸ਼ ਨਹੀਂ, ਛੂਹ ਵੀ ਨਹੀਂ ਸਕਦਾ ਕੋਈ ਦੋਸ਼, ਉਹ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਿਓ ਕਿ ਗੁਰੂ ਨਾਨਕ ਦਾ ਸਪੁੱਤਰ ਸਾਡਾ ਪੋਤਰਾ ਸ੍ਰੀ ਚੰਦ, ਕਿਉਂਕਿ ਉਹ ਬੜਾ ਗੁੱਸੇਖੋਰ ਹੈ, ਬੜੇ ਗੁੱਸੇ ਵਾਲੇ ਸੁਭਾਅ ਵਾਲਾ ਹੈ, ਜੋ ਕਦੇ ਕਿਸੇ ਪ੍ਰਕਾਰ ਦਾ ਗੁੱਸਾ ਕਰੇ ਸ਼ਿਮਾ ਦਰਦ ਦਿਓ ਤੇ ਪਰ ਕਰੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹਨੂੰ ਖਿਮਾ ਬਖਸ਼ਿਸ਼ ਕਰ ਦਿਓ। ਜਿਵੇਂ ਧਰਤੀ ਹਰ ਇੱਕ ਨੂੰ ਖਿਮਾ ਬਖਸ਼ਦੀ ਆ ਨਾ, ਕੋਈ ਉਹਨੂੰ ਕਈਆਂ ਲੈ ਕੇ ਪੱਟੀ ਜਾਵੇ, ਕੋਈ ਉਹਦੇ ਉੱਤੇ ਚੰਦਨ ਦਾ ਲੇਪ ਕਰੀ ਜਾਵੇ, ਉਹਨੂੰ ਧਰਤੀ ਨੂੰ ਕੋਈ ਫਰਕ ਨਹੀਂ। ਜਿਉਂ ਵਸਦਾ ਕੋਊ ਖੋਦੈ ਕੋਊ ਚੰਦਨ ਲੇਪ। ਚੰਦਨ ਦਾ ਲੇਪ ਕਰਨ ਵਾਲੇ ਤੇ ਖੁਸ਼ ਨਹੀਂ ਹੁੰਦੀ, ਤੇ ਜਿਹੜਾ ਧਰਤੀ ਨੂੰ ਪੱਟਦਾ ਹੈ ਉਹਦੇ ਉੱਤੇ ਉਹ ਨਾਰਾਜ਼ ਨਹੀਂ ਹੁੰਦੀ। ਇਸ ਤਰ੍ਹਾਂ ਮਹਾਰਾਜ ਧਰਤੀ ਵਰਗਾ ਧੀਰਜ ਧਾਰ ਕੇ ਜੇ ਬਾਬਾ ਸ਼੍ਰੀ ਚੰਦ ਤੁਹਾਡੇ ਪ੍ਰਤੀ ਕੋਈ ਐਸਾ ਕੌੜਾ ਬਚਨ ਕਰਨ, ਗੁੱਸੇ ਵਿੱਚ ਕੋਈ ਗੱਲ ਕਹਿਣ, ਤੇ ਉਹਨਾਂ ਨੂੰ ਖਿਮਾ ਕਰ ਦਿਓ। ਬਾਲੇ ਬੌਰ ਬਚਨ ਉਚਾਰਾ। ਫਿਰ ਭਾਈ ਬਾਲੇ ਜੀ ਨੂੰ ਬਚਨ ਕੀਤਾ। ਸ੍ਰੀ ਨਾ ਅੰਗਦ ਨਾਨਕ ਅਵਤਾਰਾ। ਭਾਈ ਬਾਲਾ ਜੀ ਕਹਿਣ ਲੱਗੇ ਕਿ ਭਾਈ ਲਾਲੂ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਹਨ ਗੁਰੂ ਅੰਗਦ ਦੇਵ ਜੀ। ਪੰਜ ਦੋਖ ਨੈ ਤਿਨ ਮੈਂ ਪਾਵੈ। ਪੰਜ ਦੋਖ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ, ਇਹ ਉਹਨਾਂ ਦੇ ਵਿੱਚ ਨਹੀਂ ਹੈਗੇ। ਨਿਕਟ ਤਰਨ ਜੋਤਿ ਮਰ ਨਾਵੈ। ਜਿਵੇਂ ਕਹਿੰਦੇ ਸੂਰਜ ਦੇ ਨੇੜੇ ਤਮ ਹਨੇਰਾ ਨਹੀਂ ਆਉਂਦਾ, ਸਮ ਦਮ ਸੋ ਤਨ ਗਿਆਨ ਸੁਹਾਵੈ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਇੰਦਰੀਆਂ ਦੇ ਉੱਤੇ ਵੀ ਕੰਟਰੋਲ ਹੈ, ਇੰਦਰੇ ਵੀ ਵਸ ਵਿੱਚ ਹੈ, ਮਨ ਵੀ ਉਹਨਾਂ ਦਾ ਕਾਬੂ ਵਿੱਚ ਹੈ, ਤੇ ਤਨ ਸਰੀਰ ਦੇ ਉੱਤੇ ਵੀ ਉਹਨਾਂ ਦਾ ਪੂਰਾ ਕਾਬੂ ਹੈ। ਗਿਆਨ ਸੁਹਾਵੈ, ਉਹ ਤਾਂ ਸ਼ੋਭਨੀਕ ਗਿਆਨ ਹੀ ਗਿਆਨ, ਬ੍ਰਹਮ ਗਿਆਨ ਹੈ ਉਹਨਾਂ ਵਿੱਚ। ਆਤਮ ਭਗਤ ਜਗਤ ਬਿਦਤਾਵੈ। ਜਿਵੇਂ ਸੂਰਜ ਦੀ ਤਪਸ਼ ਹੁੰਦੀ ਹੈ, ਇਸੇ ਤਰ੍ਹਾਂ ਕਹਿੰਦੇ ਭਗਤੀ ਰੂਪੀ ਤਪਸ਼ ਦੇ ਨਾਲ ਉਹ ਸਾਰੇ ਸੰਸਾਰ ਨੂੰ ਚਾਨਣਾ ਵੰਡ ਰਹੇ ਹਨ। ਪਤਰੀ ਦੇ ਚਲੇ ਤਤਕਾਲ। ਜਨਮ ਪੱਤਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੈ ਕੇ ਉਸ ਵੇਲੇ ਸ਼ੀਘਰ ਜਲਦੀ ਚੱਲ ਪਏ। ਜੈ ਗਡੂਰ ਮੈਂ ਗੁਰੂ ਕਿਰਪਾਲਾ। ਜਾ ਪਹੁੰਚੇ ਉੱਥੇ ਜਿੱਥੇ ਸਤਿਗੁਰੂ ਅੰਗਦ ਦੇਵ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਖਡੂਰ ਸਾਹਿਬ ਵਿੱਚ ਹਨ। ਦੋਰਾ ਬੈਸੇ ਅੰਗਦ ਰਾਜਹੀ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਸ਼ੋਭ ਰਹੇ ਹਨ। ਬੰਦੇ ਪਦ ਅਰਵਿੰਦ। ਇਹਨਾਂ ਦੋਵਾਂ ਸਿੱਖਾਂ ਨੇ ਜਾ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਹੱਥ ਜੋੜ ਕੇ ਮੱਥਾ ਟੇਕਿਆ। ਹਿਰਦੇ ਪ੍ਰਸੀਦੇ ਸਤਿਗੁਰੂ। ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਹਿਰਦੇ ਵਿੱਚ ਖੁਸ਼ ਹੋਏ, ਪ੍ਰਸੰਨ ਹੋਏ ਇਹਨਾਂ ਉੱਤੇ, ਕਹਿ ਰਹੇ ਚਿਤ ਗੋਬਿੰਦ। ਤੇ ਬਚਨ ਕੀਤਾ ਤੁਹਾਨੂੰ ਹਮੇਸ਼ਾ ਕਰਤਾਰ ਚੇਤੇ ਆਵੇ। ਕਹੋ ਭਾਈ ਖੁਸ਼ੀ ਬਹੁਤ ਬਾਲੇ ਪਰ ਕੀਤੀ। ਭਾਈ ਬਾਲਾ ਜੀ ਦੇ ਉੱਤੇ ਬੜੀਆਂ ਖੁਸ਼ੀਆਂ ਸਤਿਗੁਰੂ ਨੇ ਕੀਤੀਆਂ। ਪੁਨ ਪਤਰੀ ਆਪਣੇ ਕਰ ਲੀਨੀ। ਉਸ ਵੇਲੇ ਜਿਹੜੀ ਜਨਮ ਪੱਤਰੀ ਸੀ ਆਪਣੇ ਹੱਥਾਂ ਵਿੱਚ ਲੈ ਲਈ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਨੇ। ਸਾਦਰ ਸੋ ਨਿਜ ਸੀਸ ਚੜਾਈ। ਬੜੇ ਆਦਰ ਸਤਿਕਾਰ ਦੇ ਸਹਿਤ ਸਤਿਗੁਰੂ ਦੀ ਜਨਮ ਪੱਤਰੀ ਲੈ ਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਸਤਿਕਾਰ ਦੇ ਨਾਲ ਆਪਣੇ ਸਿਰ ਦੇ ਉੱਤੇ ਰੱਖ ਲਈ। ਭਾਉ ਬਹੁਤ ਕਰੋਰ ਮੈਂ ਲਾਈ। ਇਉਂ ਸੀਸ ਤੋਂ ਚੱਕ ਕੇ ਫਿਰ ਬੜੀ ਭਾਵਨਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਛਾਤੀ ਨਾਲ ਲਾਈ। ਦਰਸ਼ਨ ਤੁਮ ਕਰਵਾਇਓ ਗੁਰੂ ਕਾ। ਕਹਿਣ ਲੱਗੇ ਗੁਰੂ ਕੇ ਸਿੱਖੋ, ਆ ਜਨਮ ਪੱਤਰੀ ਲਿਆ ਕੇ ਤੁਸੀਂ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਫਿਰ ਤੋਂ ਦਰਸ਼ਨ ਹੀ ਕਰਵਾ ਦਿੱਤੇ। ਤੇ ਬ੍ਰਹਮ ਭਾਗਿਓ ਹੈ ਉਰ ਕਾ। ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੀ ਸੰਗਤ ਕਰਕੇ, ਜਿਨ੍ਹਾਂ ਦੇ ਦਰਸ਼ਨ ਕਰਕੇ ਮੇਰੇ ਮਨ ਦਾ ਭਰਮ ਚੱਕਿਆ ਗਿਆ ਸੀ। ਸਹਿਸ ਕ੍ਰਿਤ ਅਛਰ ਜਬ ਚੀਨੇ। ਜਦੋਂ ਪੱਤਰੀ ਖੋਲ ਕੇ ਪ੍ਰਕਾਸ਼ ਕਰਕੇ ਦੇਖੀ ਨਾ ਗੁਰੂ ਅੰਗਦ ਦੇਵ ਮਹਾਰਾਜ ਨੇ,
ਕੀ ਦੇਖਦੇ ਆ ਕਿ ਇਹਦੇ ਵਿੱਚ ਸੰਸਕ੍ਰਿਤੀ ਦੇ ਅੱਖਰ ਆ। ਜਦੋਂ ਇਹ ਸੰਸਕ੍ਰਿਤੀ ਦੇ ਅੱਖਰ ਲਿਖੇ ਦੇਖੇ, ਤਬ ਅੰਗਦ ਜੀ ਬਚਨ ਸੁਕੀਨੇ, ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਨੇ ਬਚਨ ਕੀਤੇ। ਕਿਨੇ ਸ਼ਰਨ ਬੋਝੋ ਜਾਣੈ, ਸਤਿਗੁਰੂ ਜੀ ਕਹਿਣ ਲੱਗੇ, ਭਾਈ ਸੰਸਕ੍ਰਿਤ ਪੜ੍ਹਨ ਜਿਹੜਾ ਕੋਈ ਜਾਣਦਾ ਹੋਵੇ, ਇਹਨਾਂ ਅੱਖਰਾਂ ਦਾ ਗਿਆਤਾ ਹੋਵੇ, ਸੋ ਜਾਗੋ ਪੜਿ ਅਰਥ ਬਖਾਨੈ। ਕਹਿੰਦੇ ਉਹ ਭਾਈ ਇਸ ਜਨਮ ਪੱਤਰੀ ਨੂੰ ਸੰਸਕ੍ਰਿਤ ਵਿੱਚ ਲਿਖੀ ਹੋਈ ਨੂੰ ਪੜ੍ਹ ਕੇ ਇਹਦੇ ਅਰਥ, ਇਹਦੇ ਮਾਇਨੇ ਸਾਨੂੰ ਦੱਸੇ। ਗੁਰਮੁਖੀ ਚਈਏ ਕਰਵਾਈ, ਤੇ ਸਤਿਗੁਰੂ ਜੀ ਕਹਿੰਦੇ, ਭਾਈ ਸਾਰੇ ਗੁਰਸਿੱਖਾਂ ਦੇ ਭਲੇ ਵਾਸਤੇ ਇਹਨੂੰ ਅਸੀਂ ਗੁਰਮੁਖੀ ਦੇ ਵਿੱਚ ਟਰਾਂਸਲੇਟ ਕਰਵਾਉਣਾ ਚਾਹੁੰਦੇ ਹਾਂ, ਗੁਰਮੁਖੀ ਵਿੱਚ ਕਰਵਾਉਣਾ ਚਾਹੁੰਦੇ ਹਾਂ, ਪੜ੍ਹੇ ਸੁਣੈ ਸੁਖ ਗੁਰਮਤਿ ਪਾਈ, ਤਾਂ ਕਿ ਸੰਸਕ੍ਰਿਤ ਤੋਂ ਗੁਰਮੁਖੀ ਦੇ ਵਿੱਚ ਅਨੁਵਾਦ ਕੀਤੀ ਹੋਈ ਇਹ ਜਨਮ ਪੱਤਰੀ ਨੂੰ ਸਾਰੇ ਜਿਹੜੇ ਸਿੱਖ ਹੈ ਉਹ ਪੜ੍ਹ ਲੈਣ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਨ। ਸੋਰਠ ਸਰਬਰ ਕਿਰਪਾ ਨਿਧਾਨ, ਸਤਿਗੁਰੂ ਜੀ ਜਿਹੜੇ ਕਿਰਪਾ ਦੇ ਖਜ਼ਾਨੇ ਹਨ। ਸ੍ਰੀ ਨਾਨਕ ਜਗ ਬਿਦਤ ਤਬ, ਜਦੋਂ ਸ੍ਰੀ ਨਾਨਕ ਜਗ ਬਿਦਤ ਜਬ, ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਵਿੱਚ ਪ੍ਰਗਟ ਹੋਏ, ਸੰਗਤ ਕੀਨ ਮਹਾਨ, ਉਹਨਾਂ ਦੀ ਮਹਾਨ ਸੰਗਤ ਕੀਤੀ ਹੈ। ਜਾਨੀ ਵਿਦਿਆ ਬਰਨ ਤਬ, ਸੋ ਕਹਿੰਦੇ ਉਹਨਾਂ ਦੀ ਮਹਾਨ ਸੰਗਤ ਕਰਕੇ ਇਹ ਜਿਹੜੀ ਵਿਦਿਆ, ਇਹ ਜਿਹੜੇ ਅੱਖਰ ਗਿਆਨ ਹੈ ਜਿਨ੍ਹਾਂ ਨੇ ਪਾਇਆ। ਦੋਹਰਾ ਮਹਿਮਾ ਖਹਿਰਾ ਜਟ ਇੱਕ, ਉਸ ਵੇਲੇ ਸੰਗਤ ਦੇ ਵਿੱਚ ਇੱਕ ਸਿੱਖ ਭਾਈ ਮਹਿਮਾ ਨਾਮ ਦਾ ਜਿਹੜਾ ਖਹਿਰੇ ਗੋਤ ਦਾ ਜੱਟ ਹੈ ਬੈਠਾ ਹੈ। ਕਹਿ ਸ੍ਰੀ ਅੰਗਦ ਪਾਸ, ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਪੈੜਾ ਮੁਖਾ ਖੱਤਰੀ, ਕਹਿਣ ਲੱਗਾ ਜੀ ਇੱਕ ਪੈੜਾ ਮੋਖਾ ਨਾਂ ਦਾ ਖੱਤਰੀ ਸਿੱਖ ਹੈ, ਸੁਲਤਾਨਪੁਰ ਵਾਸ, ਜਿਹੜਾ ਸੁਲਤਾਨਪੁਰ ਨਗਰ ਦੇ ਵਿੱਚ ਵਾਸ ਕਰਦਾ, ਉੱਥੇ ਰਹਿੰਦਾ ਵਸਦਾ ਹੈ। ਚਉਪਈ ਅਚਰ ਜਾਣਤ ਹੈ ਵੈਦੋ, ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਉਹ ਕਹਿੰਦਾ ਇਹਨਾਂ ਅੱਖਰਾਂ ਦਾ ਗਿਆਤਾ ਹੈ, ਇਹਨਾਂ ਅੱਖਰਾਂ ਨੂੰ ਪੜ੍ਹਨਾ ਜਾਣਦਾ, ਸੰਸਕ੍ਰਿਤ ਜਾਣਦਾ ਹੈ। ਪੜ੍ਹ ਲਿਖੈ ਬਲਵਾਈਏ ਸੋ, ਮਹਾਰਾਜ ਸੱਚੇ ਪਾਤਸ਼ਾਹ ਉਹ ਪੜ੍ਹ ਲਵੇਗਾ ਤੇ ਲਿਖ ਵੀ ਦੇਵੇਗਾ ਗੁਰਮੁਖੀ ਵਿੱਚ, ਦੋਵੇਂ ਭਾਸ਼ਾਵਾਂ ਜਾਣਦਾ ਉਹ। ਉਹਨੂੰ ਗੁਰਮੁਖੀ ਪੰਜਾਬੀ ਵੀ ਲਿਖਣੀ ਆਉਂਦੀ ਹੈ ਤੇ ਸੰਸਕ੍ਰਿਤ ਵੀ ਆਉਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੇ ਉਹਨੂੰ ਬੁਲਾ ਲਈਏ ਤਾਂ ਉਹ ਪੜ੍ਹ ਕੇ ਵੀ ਸੁਣਾ ਦੇਵੇਗਾ ਤੇ ਗੁਰਮੁਖੀ ਵਿੱਚ ਲਿਖ ਵੀ ਦੇਵੇਗਾ। ਸ੍ਰੀ ਅੰਗਦ ਕਹਿ ਤੁਮ ਹੀ ਜਾਵ, ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਹੋਰ ਕਿਹਨੂੰ ਭੇਜਣਾ? ਕਹਿੰਦੇ ਭਾਈ ਤੂੰ ਹੀ ਜਾ। ਹਰ ਸਤਕਾਰ ਤੁਰਤ ਲੈ ਆਵ, ਬੜਾ ਆਦਰ ਸਤਿਕਾਰ ਕਰਕੇ ਭਾਈ ਪੈੜਾ ਮੋਖਾ ਖੱਤਰੀ ਨੂੰ ਤੁਰੰਤ ਲੈ ਕੇ ਆਓ। ਮਹਿਮਾ ਪਹੁੰਚੋ ਤਾਏ ਵਾਸਾ, ਉਸ ਵੇਲੇ ਭਾਈ ਮਹਿਮਾ ਜਿਹੜਾ ਖਹਿਰਾ ਉਹ ਸੁਲਤਾਨਪੁਰ ਪੈੜਾ ਮੋਖਾ ਖੱਤਰੀ ਦੇ ਘਰ ਪਹੁੰਚਿਆ ਆਨਿਓ ਜਲ ਪਦ ਸਰਗੁਰ ਪਾਸਾ, ਤੇ ਉਸ ਵੇਲੇ ਤੁਰੰਤ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਾ ਕੇ ਸ਼ੀਘਰ ਜਲਦੀ ਹੀ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਨਾਲ ਲੈ ਆਇਆ ਖਡੂਰ ਸਾਹਿਬ। ਪਰਿਓ ਚਰਨ ਗੁਰ ਆਗਿਆ ਦੀਨੀ, ਇਹ ਆ ਕੇ ਸਤਿਗੁਰੂ ਦੇ ਚਰਨਾਂ ਤੇ ਪਏ, ਮੱਥਾ ਟੇਕਿਆ, ਨਮਸਕਾਰ ਕੀਤੀ। ਸਤਿਗੁਰੂ ਨੇ ਹੁਕਮ ਕੀਤਾ, ਪੜੋ ਪਤਰ ਕਾ ਸੁਖ ਪ੍ਰਦ ਦੀਨੀ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੀ ਜਨਮ ਪੱਤਰੀ ਸੀ ਇਹਦੇ ਹੱਥ ਫੜਾ ਕੇ ਨਾ ਪੈੜਾ ਮੋਖਾ ਦੇ ਕਹਿਣ ਲੱਗੇ, ਭਾਈ ਆ ਜਿਹੜੀ ਸੁੱਖ ਦੇਣ ਵਾਲੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਪੱਤਰੀ ਹੈ, ਇਹ ਪੜ੍ਹ ਕੇ ਸੁਣਾਓ। ਹਰ ਮੈਲੇ ਪਤਰ ਕਾ ਬਾਚੀ, ਹੱਥ ਦੇ ਵਿੱਚ ਲੈ ਕੇ ਭਾਈ ਪੈੜੇ ਮੋਖੇ ਨੇ ਜਦੋਂ ਇਹ ਪੱਤਰਕਾ ਬਾਚੀ, ਇਹਨੂੰ ਪੜ੍ਹਿਆ। ਜਨ ਬਾਣੀ ਰਸਨਾ ਪਰ ਨਾਚੀ, ਇਉਂ ਮੰਨੋ ਵੀ ਜਿਵੇਂ ਬਾਣੀ ਸ਼ਾਰਦਾ ਦੇਵੀ ਸਰਸਵਤੀ ਦੀ ਰਸਨਾ ਦੇ ਉੱਤੇ ਆਪ ਆ ਕੇ ਨੱਚਣ ਲੱਗੀ ਹੋਵੇ। ਸੁਨ ਕਰ ਤੁਸੀਂ ਕਰੇ ਤੇ ਸਿਖ ਪਰ, ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਜਦੋਂ ਜਨਮ ਪੱਤਰੀ ਸਾਰੀ ਇਹਦੇ ਤੋਂ ਸੁਣ ਲਈ ਤੇ ਸੁਣ ਕੇ ਬੜੀ ਖੁਸ਼ੀ ਕੀਤੀ ਉਸ ਸਿੱਖ ਦੇ ਉੱਤੇ। ਗੁਰਮੁਖੀ ਲਿਖੀਏ ਇਹ ਅੱਖਰ, ਨਾਲ ਹੀ ਹੁਕਮ ਕੀਤਾ, ਕਹਿੰਦੇ ਭਾਈ ਇਹਨੂੰ ਸੰਸਕ੍ਰਿਤ ਦੇ ਵਿੱਚੋਂ ਇਹਦਾ ਅਨੁਵਾਦ ਕਰਕੇ ਗੁਰਮੁਖੀ ਅੱਖਰਾਂ ਵਿੱਚ ਲਿਖ ਦਈਏ। ਕਹਿ ਕਰ ਕਾਕਲ ਦੀਨ ਮਗਾਈ, ਉਸ ਵੇਲੇ ਇਹ ਕਹਿ ਕੇ ਕਾਗਜ਼ ਮੰਗਾ ਲਿਆ। ਸ੍ਰੀ ਅੰਗਦ ਸਤੀ ਲਖਵਾਈ, ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਫਿਰ ਇਹ ਭਾਈ ਪੈੜੇ ਮੁਖੇ ਤੋਂ ਇਹ ਜਨਮ ਪੱਤਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਮੁਖੀ ਭਾਸ਼ਾ ਵਿੱਚ ਲਿਖਾਈ। ਆਸਨ ਡਾਰ ਅਨੀਸੈ ਜਾਲਾ, ਆਸਣ ਡਾਰ ਅਸੀਨੈ ਦਿਆਲਾ। ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ
ਸੋਹਣਾ ਆਸਣ ਇਹਦੇ ਵਾਸਤੇ ਢਹਾ ਦਿੱਤਾ। ਆਨ ਸੁਨੇ ਤੈਨ ਸਿੱਖ ਵਿਸਾਦਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਨਮ ਪੱਤਰੀ ਜਨਮ ਸਾਖੀ ਨੂੰ, ਇਹ ਜਨਮ ਸਾਖੀ ਦਾ ਮੁੱਢ ਵੱਜਦਾ, ਜਿਹੜੀ ਆਪਾਂ ਭਾਈ ਬਾਲੇ ਵਾਲੀ ਜਨਮ ਸਾਖੀ ਸਭ ਤੋਂ ਪੁਰਾਤਨ ਸਰੋਤ ਮੰਨਦੇ ਆ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਇਤਿਹਾਸ ਦਾ, ਉਹ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਮੁੱਢ ਵੱਜ ਰਿਹਾ ਹੈ। ਸੋ ਜਿਵੇਂ ਇਹ ਲਿਖਾ ਰਹੇ ਹੈ, ਔਰ ਭਾਈ ਬਾਲਾ ਜੀ ਉਹਨਾਂ ਤੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਜਨਮ ਪੱਤਰੀ ਦੀ ਟਰਾਂਸਲੇਸ਼ਨ ਅਨੁਵਾਦ ਕਰਾਉਣ ਤੋਂ ਬਾਅਦ ਸਾਰਾ ਇਤਿਹਾਸ ਸੁਣਦੇ ਆ। ਭਾਈ ਬਾਲਾ ਜੀ ਸਤਿਗੁਰੂ ਦੀ ਆਗਿਆ ਮੰਨ ਕੇ ਸੁਣਾਉਣ ਲੱਗੇ ਆ। ਸੁਣਨ ਵੇਲੇ ਜਿਹੜੇ ਜਿਹੜੇ ਉੱਥੇ ਸਰੋਤੇ ਸਨ ਉਹਨਾਂ ਦਾ ਵਰਣਨ ਕੀਤਾ ਹੈ। ਇੱਕ ਬੁੱਢਾ ਜੋ ਹੈ ਤਤਵੇਤਾ। ਉਸ ਵੇਲੇ ਜਿਹੜੇ ਆ ਕੇ ਸਿੱਖ ਸੁਣਦੇ ਆ ਉਹਨਾਂ ਦਾ ਵਰਣਨ ਕਰਦੇ ਆ। ਕਹਿੰਦੇ ਇੱਕ ਤਾਂ ਹੈ ਭਾਈ ਬੁੱਢਾ ਜੀ, ਬਾਬਾ ਬੁੱਢਾ ਸਾਹਿਬ, ਜਿਹੜਾ ਤਤਵੇਤਾ ਮਹਾਪੁਰਸ਼ ਹੈ। ਉਹ ਆਦ ਜੋਧਾ ਅਤ ਜੀਤਾ। ਔਰ ਐਸਾ ਯੋਧਾ ਜਿਹੜਾ ਜਿਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਯੋਧਿਆਂ ਨੂੰ ਜਿੱਤਿਆ ਹੋਇਆ ਹੈ। ਬਦਨ ਪਾਏ ਗੁਰ ਜੋ ਵਿਸਪੇਸ ਵੈਸਾ। ਜਿਹਨੇ ਬਚਪਨ ਦੀ ਅਵਸਥਾ ਵਿੱਚ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਪਾਏ ਸਨ, ਬਚਨ ਪ੍ਰਾਪਤ ਕੀਤੇ ਸਨ। ਭਇਓ ਪਰਮ ਬ੍ਰਿਧਨ ਤਨ ਜੈਸਾ। ਔਰ ਬਿਰਧਾਂ ਵਰਗੀ ਅਵਸਥਾ ਇਸ ਦੀ ਬਚਪਨ ਦੇ ਵਿੱਚ ਹੀ ਹੋ ਗਈ ਸੀ ਜਦੋਂ ਸਤਿਗੁਰੂ ਨੇ ਬਚਨ ਕੀਤੇ ਸਨ, ਭਾਈ ਬੂੜੇ ਤੂੰ ਹੈ ਤਾਂ ਬੜਾ ਬਚਪਨ ਦੇ ਵਿੱਚ, ਬਚਪਨ ਦੀ ਅਵਸਥਾ ਵਿੱਚ ਬਾਲਕ ਹੈ, ਪਰ ਗੱਲਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ, ਤੂੰ ਬੁੱਢਾ ਹੈ। ਜਦੋਂ ਇਹ ਬਚਨ ਕੀਤੇ ਸਨ ਤੇ ਬੁੱਢਿਆਂ ਵਾਲੀ ਅਵਸਥਾ ਹੋ ਗਈ ਸੀ। ਖੰਡ ਪਾਤਸ਼ਾਹੀ ਰਹਿਓ ਹਦੂਰਾ। ਔਰ ਇਹ ਭਾਈ ਬੁੱਢਾ ਬਾਬਾ ਬੁੱਢਾ ਸਾਹਿਬ ਸਿੱਖ 6 ਪਾਤਸ਼ਾਹੀਆਂ ਤੱਕ ਹਜ਼ੂਰੀ ਵਿੱਚ ਰਿਹਾ। ਨਿਪੁਨ ਸੇਵ ਮੈਂ ਬਚਨ ਨ ਪੂਰਾ। ਸੇਵਾ ਦੇ ਵਿੱਚ ਬੜਾ ਨਿਪੁੰਨ ਸੀ ਤੇ ਬਚਨਾਂ ਦਾ ਬੜਾ ਪੂਰਾ ਸੂਰਾ ਮਹਾਂਪੁਰਖ ਸੀ। ਸੋ ਸਰੋਤਾ ਵੈਸਿਓ ਮਤ ਧੀਰਾ। ਉਹ ਸਰੋਤਾ ਬਣ ਕੇ, ਸੁਣਨ ਵਾਲਾ ਬਣ ਕੇ ਸਤਿਗੁਰੂ ਜੀ ਦੀ ਕਥਾ ਧੀਰਜ ਮਤੀ ਵਾਲਾ ਬੈਠ ਗਿਆ। ਸੁਨਨ ਕਥਾ ਜੋ ਹਰੈ ਪਾਪੀਰਾ। ਉਹ ਕਥਾ ਸੁਣਨ ਵਾਸਤੇ ਜਿਹੜੀ ਕਥਾ ਇਹ ਸੰਸਾਰ ਦੀਆਂ ਪੀੜਾਂ ਨੂੰ ਹਰਨ ਵਾਲੀ ਹੈ। ਅਮਰਦਾਸ ਤੇ ਜੋ ਕੇ ਨੰਦਨ। ਦੂਜੇ ਸਰੋਤੇ ਕੌਣ ਹੈ? ਗੁਰੂ ਅਮਰਦਾਸ ਸਾਹਿਬ ਮਹਾਰਾਜ, ਬਾਬਾ ਅਮਰਦਾਸ ਜੀ, ਜਿਹੜੇ ਭਾਈ ਤੇਜਭਾਨ ਜੀ ਦੇ ਨੰਦਨ ਪੁੱਤਰ ਹਨ। ਸੇਵੇ ਜਨ ਅੰਗਦ ਦੁਖ ਕੰਦਨ। ਦੁੱਖਾਂ ਨੂੰ ਕੱਟਣ ਵਾਲੇ, ਰੋਗਾਂ ਨੂੰ ਦੂਰ ਕਰਨ ਵਾਲੇ ਗੁਰੂ ਅੰਗਦ ਦੇਵ ਜੀ ਦੀ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ। ਗੁਰਤਾ ਪਾਈ ਜਨ ਪਛਾਤੀ। 12 ਸਾਲ ਦੀ ਸੇਵਾ ਕਰਨ ਤੋਂ ਬਾਅਦ ਜਿਨ੍ਹਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ। ਸੁਨਤ ਭਏ ਸੋ ਕਥਾ ਸੁਹਾਤੀ। ਉਹ ਵੀ ਸਤਿਗੁਰੂ ਜੀ ਦੀ ਸੁੰਦਰ ਸ਼ੋਭਨੀ ਕਥਾ ਸੁਣਦੇ ਭਏ। ਹੁਣ ਗੁਰਮੁਖ ਇੱਕ ਜੀਵਾ ਪਾਈ। ਫਿਰ ਭਾਈ ਇੱਕ ਹੋਰ ਗੁਰਮੁਖ ਸਿੱਖ ਸੀ ਜਿਹਦਾ ਨਾਮ ਭਾਈ ਜੀਵਾ ਹੈ। ਮਨ ਪਰ ਕਰਮ ਜਨ ਸੇਵ ਕਮਾਈ। ਜਿਹਨੇ ਮਨ ਕਰਕੇ, ਬਚਨ ਕਰਕੇ, ਕਰਮਾ ਕਰਕੇ ਗੁਰੂ ਕੀ ਸੇਵਾ ਕਮਾਈ ਹੈ, ਸਿੱਖੀ ਕਮਾਈ ਹੈ। ਸ੍ਰੀ ਅੰਗਦ ਹਿਤ ਭੋਜਨ ਤਿਆਰੀ। ਔਰ ਇਹ ਭਾਈ ਜੀਵਾ ਸਿੱਖ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੰਗਰ ਪ੍ਰਸ਼ਾਦਾ ਤਿਆਰ ਕਰਦਾ ਹੁੰਦਾ ਸੀ। ਕਰਤ ਪ੍ਰੀਤ ਸੋਰ ਚਿਰ ਸਵਾਰੀ। ਬੜੀ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ, ਰੁਚੀ ਦੇ ਨਾਲ ਬਣਾ ਸਵਾਰ ਕੇ ਸਤਿਗੁਰੂ ਜੀ ਦਾ ਲੰਗਰ ਤਿਆਰ ਕਰਦਾ ਸੀ। ਪਾਰੋ ਜੁਲਕਾ ਪੁਨ ਸੁਹੇਕੂ। ਫਿਰ ਹੋਰ ਜਿਹੜਾ ਸਰੋਤਾ ਹੈ ਉਹ ਹੈਗਾ ਭਾਈ ਪਾਰੋ ਜੁਲਕਾ। ਪਾਰੋ ਜੁਲਕਾ ਜਿਹੜਾ ਇੱਕ ਸਿੱਖ ਹੈ ਉਹ ਸਰੋਤਾ ਹੈ ਕਥਾ ਸੁਣਨ ਵਾਲਾ। ਨਾਮ ਸਭੋ ਜਾਸ ਬਵੇਕੂ। ਜਿਹੜਾ ਬੜਾ ਬ੍ਰਹਮ ਗਿਆਨ ਦੀ ਦਾਤ ਵਾਲਾ ਹੈ ਤੇ ਪਰਮਹੰਸ ਦੀ ਪਦਵੀ ਜਿਹਨੂੰ ਸਤਿਗੁਰੂ ਨੇ ਦਿੱਤੀ ਹੈ। ਅਜਨ ਅਸਾਰੰ ਸਾਰ ਗਹਿ ਰੀਤੀ। ਔਰ ਅਸਾਰ ਨੂੰ, ਜਿਹੜਾ ਝੂਠ ਹੈ ਉਹਨੂੰ ਛੱਡਣ ਵਾਲਾ ਤੇ ਸਾਰ ਨੂੰ, ਸੱਚ ਨੂੰ ਗ੍ਰਹਿਣ ਕਰਨ ਵਾਲੀ ਐਸੀ ਜਿਹਦੀ ਬਿਰਤੀ ਹੈ। ਐ ਅਬ ਕੀ ਜਿਉ ਹੰਸ ਨ ਰੀਤੀ। ਜਿਵੇਂ ਹੰਸ ਦੀ ਚੁੰਝ ਦੇ ਵਿੱਚ ਖਟਾਸ ਹੁੰਦੀ ਆ ਨਾ, ਦੁੱਧ ਉਹਦੇ ਅੱਗੇ ਰੱਖ ਦਿਓ ਤੇ ਉਹ ਦੁੱਧ ਦੀਆਂ ਫੁੱਟੀਆਂ ਵੱਖਰੀਆਂ ਕਰ ਦਿੰਦਾ ਹੈ ਆਪਣੀ ਚੁੰਝ ਦੇ ਨਾਲ, ਤੇ ਪਾਣੀ ਵੱਖਰਾ ਕਰ ਦਿੰਦਾ। ਇਸੇ ਤਰ੍ਹਾਂ ਭਾਈ ਪਾਰੋ ਜੁਲਕਾ ਜਿਹੜਾ ਸਿੱਖ ਹੈ, ਪਰਮਹੰਸ ਦੀ ਪਦਵੀ ਵਾਲਾ, ਇਹ ਸਾਰ ਅਤੇ ਅਸਾਰ ਨੂੰ ਜਾਣਨ ਵਾਲਾ ਹੈ। ਤਤ ਵਸਤੂ ਨੂੰ, ਪ੍ਰਮਾਤਮਾ ਦੇ ਨਾਮ ਨੂੰ ਗ੍ਰਹਿਣ ਕਰਨ ਵਾਲਾ ਹੈ। ਸੈਨ ਸਰਸ ਇਕ ਤਿੰਨਾ ਨਾਈ। ਤੇ ਇੱਕ ਹੋਰ ਸਰੋਤਾ ਜਿਹੜਾ ਰੋਜ਼ ਕਥਾ ਸੁਣਨ ਵਾਲਾ ਹੈ, ਉਹ ਸਾਧ ਸੰਗਤ ਜੀ ਸੈਨ, ਜਿਵੇਂ ਸੈਨ ਭਗਤ ਹੋਏ ਨਾ ਉਹਨਾਂ ਦੇ ਬਰਾਬਰ ਇੱਕ ਧਿੰਗਾ ਨਾਈ, ਉਹਦਾ ਸਿੱਖ ਦਾ ਨਾਮ ਧਿੰਗਾ ਹੈ
ਤੇ ਨਾਈ ਜਾਤੀ ਦਾ ਹੈ। ਜਿਨ ਸਿੱਖ ਕੀ ਰੀਤ ਕਮਾਈ ਸਿੱਖੀ ਕੀ ਰੀਤ ਜਿਹਨੇ ਸਿੱਖੀ ਦੀ ਰੀਤੀ ਮਰਿਆਦਾ ਕਮਾਈ ਹੈ। ਮੁਰੀਦ ਮੁਰਦੇ ਕੀ ਨਿਆਈ ਐਸਾ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਮੁਰੀਦ ਹੋਇਆ, ਸੇਵਕ ਹੋਇਆ, ਮੁਰਦੇ ਕੀ ਨਿਆਈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਜਿਵੇਂ ਭਾਈ ਗੁਰਦਾਸ ਨੇ ਆਖਿਆ ਨਾ, ਮੁਰੀਦ ਬਣਨਾ ਗੁਰੂ ਦਾ ਤੇ ਮੁਰਦੇ ਦੀ ਨਿਆਈ ਹੋ ਜਾ। ਜਿਵੇਂ ਮੁਰਦਾ ਨਾ ਆਪਣੇ ਆਪ ਨੂੰ ਮਾਰ ਕੇ ਹੀ ਸਿੱਖ ਬਣੀਦਾ ਭਾਈ। ਇਸ ਕਰਕੇ 10ਵੇਂ ਪਾਤਸ਼ਾਹ ਨੇ ਵੀ ਜਦੋਂ ਸਿੱਖੀ ਬਖਸ਼ੀ ਆ, ਖਾਲਸੇ ਸਾਜੇ ਆ, ਉਸ ਵੇਲੇ ਪਹਿਲਾਂ ਮੁਰਦੇ ਹੀ ਕੀਤੇ ਆ, ਪਹਿਲਾਂ ਮਾਰਿਆ ਹੀ ਆ ਉਹਨਾਂ ਨੂੰ, ਤਲਵਾਰ ਦੇ ਨਾਲ ਸੀਸ ਧੜਾਂ ਤੋਂ ਜੁਦਾ ਹੀ ਕੀਤੇ ਆ। ਫਿਰ ਸਤਿਗੁਰੂ ਨੇ ਆਪਣੀ ਤਾਕਤ ਸ਼ਕਤੀ ਸਮਰੱਥਾ ਦੇ ਨਾਲ ਉਹਨਾਂ ਨੂੰ ਸੁਰਜੀਤ ਕੀਤਾ, ਜੀਵਤ ਕੀਤਾ। ਇਸੇ ਤਰ੍ਹਾਂ ਜੇ ਮੁਰੀਦ ਹੋਣਾ ਹੈ, ਜੇ ਸੇਵਕ ਬਣਨਾ ਹੈ, ਤਾਂ ਕਹਿੰਦੇ ਮੁਰਦੇ ਦੀ ਨਿਆਈ ਹੋਣਾ ਪੈਂਦਾ। ਐਸੀ ਸਿੱਖੀ ਇਹਨੇ ਕਮਾਈ ਹੈ ਕਿ ਇਹ ਮੁਰਦੇ ਦੀ ਨਿਆਈ ਮੁਰੀਦ ਹੋਇਆ ਗੁਰੂ ਦਾ। ਗੁਰੂ ਗੋਰ ਮੈਂ ਕੀਨ ਸਮਾਈ ਗੁਰੂ ਰੂਪੀ ਗੋਰ ਦੇ ਵਿੱਚ, ਕਬਰ ਦੇ ਵਿੱਚ ਜਿਹਨੇ ਸਮਾਈ ਕੀਤੀ ਹੈ, ਸਮਾਉਣਾ ਕੀਤਾ ਹੈ। ਇਤਿਆਦਿਕ ਜੋ ਸੇਵਕ ਪ੍ਰੇਮੀ ਇਤਿਆਦਿਕ ਜਿਹੜੇ ਹੋਰ ਗੁਰੂ ਕੇ ਸੇਵਕ ਪ੍ਰੇਮੀ ਹਨ, ਭਏ ਕਥਾ ਸੁਨਨੇ ਕੋ ਨੇਮੀ ਇਹ ਨਿੱਤਾ ਪ੍ਰਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਮੇਤ ਬਾਕੀ ਦੇ ਜਿਹੜੇ ਇਹ 5-6 ਸਿੱਖਾਂ ਦੇ ਨਾਮ ਲਏ ਆ। ਸੋ ਕਹਿੰਦੇ ਨਿੱਤਾ ਪ੍ਰਤੀ ਨੇਮ ਦੇ ਮੁਤਾਬਕ, ਨੇਮ ਹੁੰਦਾ ਇੱਕ ਨਿਯਮ ਵੱਜ ਜਾਵੇ। ਜਿਵੇਂ ਤੁਹਾਡੇ ਵਿੱਚੋਂ ਬਹੁਤ ਸਾਰੇ ਸਰੋਤੇ ਆ, ਉਹ ਨਿੱਤਾ ਪ੍ਰਤੀ ਕਥਾ ਨੇਮ ਦੇ ਮੁਤਾਬਕ ਹੀ ਸੁਣਦੇ ਆ, ਉਹ ਗੈਰ ਹਾਜ਼ਰੀ ਨਹੀਂ ਪਾਉਂਦੇ। ਮੌਸਮ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਕੋਈ ਕੰਮ ਕਾਜ ਹੋਵੇ, ਸਮੇਂ ਵਿੱਚੋਂ ਸਮਾਂ ਕੱਢ ਕੇ ਆਪ ਜੀ ਆਉਂਦੇ ਹੋ ਨਾ, ਇਸ ਤਰ੍ਹਾਂ ਇਹ ਵੀ ਨਿਯਮ ਦੇ ਸਹਿਤ ਸਾਰੇ ਕਥਾ ਸੁਣਨ ਦੇ ਨੇਮੀ ਪ੍ਰੇਮੀ ਹਨ। ਹੋਰ ਵੀ ਬਹੁਤ ਸਾਰੇ ਮਨੁੱਖ ਬਹੁਤ ਸਾਰੀਆਂ ਸੰਗਤਾਂ ਹੇਤ ਕਰਕੇ, ਪ੍ਰੇਮ ਕਰਕੇ ਪਹੁੰਚਦੀਆਂ ਹਨ। ਬੇਦੀ ਕੁਲ ਦੇ ਸਤਾਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਦੀ ਕੁਲ ਦੇ ਅਵਤੰਸ ਹਨ, ਜਿਹੜੇ ਉਹਨਾਂ ਦੀ ਕਥਾ ਸੁਣਨ ਆਉਂਦੇ ਹਨ। ਬਾਲਾ ਕਰਤੋ ਚਾਰ ਮੁਖ ਭਾਈ ਬਾਲਾ ਜੀ ਮੁਖੋਂ ਉਚਾਰਨ ਕਰਦੇ ਹਨ ਕਥਾ। ਭਾਈ ਪੈੜਾ ਮੁਖਾ ਜਿਹੜਾ, ਉਹਨੇ ਸੁਧਾਰ ਕੇ ਸੋਧ ਕੇ ਚੰਗੀ ਤਰ੍ਹਾਂ ਇਹ ਕਥਾ ਲਿਖੀ ਹੈ। ਲਿਖਵਾਈ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਹਜ਼ੂਰੀ ਵਿੱਚ ਹੈ, ਤਾਂ ਕਿ ਜਗ ਕੇ ਕਾਜ ਉਧਾਰ, ਸੰਸਾਰ ਦੇ ਕੰਮ ਆਵੇ, ਸੰਸਾਰ ਨੂੰ ਪਾਰ ਉਤਾਰੇ ਵਾਸਤੇ। ਉਹ ਜਿਹੜੀ ਕਥਾ ਸੁਣ ਕੇ, ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਸੁਣ ਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਵਰਣਨ ਕੀਤੀ ਹੈ। ਸੁੰਦਰ ਛੰਦਾਬੰਦੀ ਦੇ ਵਿੱਚ, ਚੌਪਈ ਦੋਹਰਿਆਂ ਸਵਈਆਂ ਦੇ ਵਿੱਚ ਇਹ ਜਿਹੜੀ ਸਾਰੀ ਕਥਾ ਹੈ, ਕਹਿੰਦੇ ਮੈਂ ਬੰਦ ਕੀਤੀ ਹੈ ਸਾਰੀ। ਇਹਨਾਂ ਇਹ ਕਾਵਿ ਦੇ ਨਿਯਮਾਂ ਦੇ ਵਿੱਚ ਲਿਆ ਕੇ ਮੈਂ ਲਿਖੀ ਹੈ। ਸ੍ਰੀ ਨਾਨਕ ਪਰਮਾਤਮਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਪਰਮਾਤਮਾ ਦਾ ਸਰੂਪ ਹਨ। ਬੰਦਨ ਕਰ ਸੁਖ ਕੰਦ ਸੁੱਖਾਂ ਨੂੰ ਉਪਜਾਉਣ ਵਾਲੇ, ਸੁੱਖਾਂ ਨੂੰ ਬਖਸ਼ਣ ਵਾਲੇ, ਸੁੱਖਾਂ ਦੇ ਦਾਤੇ ਨੂੰ ਮੱਥਾ ਟੇਕ ਕੇ ਮੈਂ ਨਮਸਕਾਰ ਕਰਦਾ ਹਾਂ। ਸੋ ਇਸ ਪ੍ਰਕਾਰ ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਵਾਰ ਦੇ ਪੱਤਰੀ ਆਨਨ ਪ੍ਰਸੰਗ ਵਰਣਨੰ ਨਾਮ ਦੁਤੀਓ ਅਧਿਆਏ। ਇਹ ਦੂਜਾ ਅਧਿਆਏ ਹੈ, ਦੂਜਾ ਭਾਗ ਹੈ, ਜਿਹਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਨਮ ਪੱਤਰੀ ਲਿਆਉਣ ਦਾ ਵਰਣਨ ਕੀਤਾ ਗਿਆ ਹੈ। ਅੱਗੇ ਤੀਸਰਾ ਅਧਿਆਏ ਜਿਵੇਂ ਆਰੰਭ ਹੋਵੇਗਾ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦਾ ਮੰਗਲ ਕਰਕੇ ਉਹਨਾਂ ਦੇ ਅਵਤਾਰ ਦੀ ਕਥਾ ਜਿਵੇਂ ਭਾਈ ਬਾਲੇ ਨੇ ਸੁਣਾਈ ਆ, ਔਰ ਭਾਈ ਬਾਲੇ ਵਾਲੇ ਜਨਮ ਸਾਖੀ ਦੇ ਵਿੱਚੋਂ ਜਿਵੇਂ ਇਹ ਕਵੀ ਜੀ ਨੂੰ ਪ੍ਰਾਪਤ ਹੋਈ ਹੈ, ਉਹਨਾਂ ਨੇ ਇਸ ਨੂੰ ਸੁੰਦਰ ਛੰਦਾਬੰਦੀ ਦੇ ਅੰਦਰ ਲਿਆ ਕੇ ਲਿਖਿਆ। ਉਹ ਕਥਾ ਆਪਾਂ ਕੱਲ ਸਰਵਣ ਕਰਾਂਗੇ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਤ ਬਖਸ਼ਣ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰੀ ਲਵਾਈਏ। ਸੋ ਸੁਨ ਵਰਣਨ ਕਰਤ ਕਲ ਛੰਦ ਚਉਪਈ ਬੰਦ ਸ੍ਰੀ ਨਾਨਕ ਪਰਮਾਤਮਾ ਬੰਧਨ ਕਰ ਸੁਖ ਕੰਦ।